ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਜੇ ਤੀਸਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਪ ਬਾਣੀ ਦੀ 6 ਨੰਬਰ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਚੱਲ ਰਹੀ ਲੜੀਵਾਰ ਵਿਚਾਰ ਵਿੱਚ ਜਿਵੇਂ ਆਪਾਂ ਪਿੱਛੇ ਸ਼ਰਵਣ ਕਰ ਰਹੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਚਿਆਰਾ ਬਣਨ ਵਾਸਤੇ ਜੋ ਸਾਨੂੰ ਉਪਦੇਸ਼ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਕਿਵੇਂ ਅਸੀਂ ਮਾਲਕ ਦੀ ਰਜ਼ਾ ਵਿੱਚ ਤੁਰ ਕੇ ਸਚਿਆਰੇ ਦਾ ਰੂਪ ਬਣ ਸਕਦੇ ਹਾਂ। ਗੁਰਦੇਵ ਪਿਤਾ ਮਹਾਰਾਜ ਜੀ ਨੇ 6 ਨੰਬਰ ਪੌੜੀ ਵਿੱਚ ਵੀ ਉਸੇ ਵਿਚਾਰ ਨੂੰ ਅੱਗੇ ਤੋਰਿਆ ਹੈ। ਜਿਵੇਂ ਆਪਾਂ ਕੱਲ੍ਹ ਦੀ ਪੌੜੀ ਵਿੱਚ ਵਿਚਾਰ ਸਰਵਣ ਕੀਤੀ ਸੀ, ਕਿਉਂਕਿ 5 ਨੰਬਰ ਅਤੇ 6 ਨੰਬਰ ਪੌੜੀ ਦੀਆਂ ਜਿਹੜੀਆਂ ਅਖੀਰਲੀਆਂ ਤੁਕਾਂ ਨੇ ਇਹ ਦੋਨੋਂ ਬਰਾਬਰ ਨੇ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵੀ ਹੇ ਗੁਰੂ, ਮੈਨੂੰ ਇੱਕ ਸਿੱਖਿਆ ਦੇ ਦਿਓ, ਭਾਵ ਗੱਲ ਸਮਝਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ, ਜੋ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਮਾਲਕ ਪਰਿਪੂਰਨ ਪਰਮਾਤਮਾ, ਜਿਹੜਾ ਮੇਰੇ ਅੰਗ ਸੰਗ ਹੈ, ਜਿਹੜਾ ਮੇਰੇ ਹਿਰਦੇ ਵਿੱਚ ਵਸਿਆ ਹੋਇਆ ਹੈ, ਉਹ ਮੈਨੂੰ ਭੁੱਲ ਨਾ ਜਾਏ। ਮੈਂ ਉਸ ਨੂੰ ਵਿਸਾਰ ਨਾ ਦੇਵਾਂ ਕਿਤੇ, ਉਹਦੇ ਨਾਲੋਂ ਮੇਰੀ ਦੂਰੀ ਨਾ ਬਣ ਜਾਏ। ਇਹ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ। ਤੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਜਿਵੇਂ ਆਪਾਂ 5 ਨੰਬਰ ਪੌੜੀ 'ਚ ਪੜ੍ਹ ਆਏ ਸੀ ਕਿ ਗੁਰਦੇਵ ਜੀ ਨੇ ਆਖਿਆ ਵੀ ਉਹਨੂੰ ਹਮੇਸ਼ਾ ਚੇਤਾ ਰੱਖਣ ਵਾਸਤੇ ਕੋਈ ਬੁੱਤ ਬਣਾ ਲਵਾਂ, ਕੋਈ ਤਸਵੀਰ ਤਿਆਰ ਕਰ ਲਵਾਂ, ਕੋਈ ਉਹਦੀ ਯਾਦਗਾਰ ਬਣਾ ਲਵਾਂ ਤਾਂ ਕਿ ਮੈਨੂੰ ਭੁੱਲੇ ਨਾ। ਅਤੇ ਗੁਰਦੇਵ ਨੇ 5 ਨੰਬਰ ਪੌੜੀ ਜਿਹੜੀ ਵਿਚਾਰ ਦਿੱਤੀ ਸੀ ਵੀ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਹੁਣ 6 ਨੰਬਰ ਪੌੜੀ ਵਿੱਚ ਵੀ ਗੁਰਦੇਵ ਜੀ ਉਸੇ ਵਿਚਾਰ ਨੂੰ ਅੱਗੇ ਤੋਰਦੇ ਨੇ ਕਿ ਮੈਨੂੰ ਭੁੱਲੇ ਨਾ, ਮੈਂ ਕੀ ਕਰਾਂ ਐਸਾ। ਮੈਂ ਤੀਰਥਾਂ 'ਤੇ ਜਾਵਾਂ, ਉੱਥੇ ਜਾ ਕੇ ਇਸ਼ਨਾਨ ਕਰਾਂ, ਕਿਉਂਕਿ ਜਿਹੜਾ ਵਿਪਰ ਸੀ ਉਹ ਬੜਾ ਤੇਜ਼ ਸੀ। ਉਹਨੇ ਇੱਦਾਂ ਦੇ ਕਰਮ ਕਾਂਡਾਂ ਵਿੱਚ ਸਮਾਜ ਨੂੰ ਉਲਝਾਇਆ ਵੀ ਆਹ ਕਰਮ ਕਰੋ, ਇਹਦੇ ਨਾਲ ਮਾਲਕ ਜੀ, ਰੱਬ ਜੀ ਤੁਹਾਡੇ 'ਤੇ ਬੜੇ ਪ੍ਰਸੰਨ ਹੋਣਗੇ। ਪਹਿਲਾਂ ਵੀ ਕਰਵਾਇਆ ਸੀ, ਹੁਣ ਵੀ ਕਰਵਾ ਰਿਹਾ। ਵੱਖਰੀ ਗੱਲ ਹੈ, ਉਹਨੇ ਆਪਣਾ ਪਹਿਰਾਵਾ ਬਦਲ ਲਿਆ, ਉਹਨੇ ਆਪਣਾ ਰੂਪ ਬਦਲਿਆ। ਪਹਿਲਾਂ ਕਿਸੇ ਹੋਰ ਰੂਪ ਵਿੱਚ ਕਰਵਾ ਰਿਹਾ ਸੀ, ਹੁਣ ਕਿਸੇ ਹੋਰ ਰੂਪ ਵਿੱਚ ਕਰਵਾ ਰਿਹਾ। ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਇਹ ਤੀਰਥ 'ਤੇ ਇਸ਼ਨਾਨ ਕਰੋ, ਇੱਥੇ ਦਾਨ ਕਰੋ, ਇੱਥੇ ਪੁੰਨ ਕਰੋ, ਆਹ ਫਲ ਦਾਨ ਕਰੋਗੇ ਤੁਹਾਨੂੰ ਆਹ ਪ੍ਰਾਪਤੀ ਹੋਏਗੀ। ਸੇਮ ਇਹ ਗੱਲਾਂ ਅੱਜ ਸਿੱਖੀ ਰੂਪ ਦੇ ਵਿੱਚ ਵੀ ਸਾਡੇ ਕੋਲੋਂ ਕਰਵਾਈਆਂ ਜਾ ਰਹੀਆਂ ਨੇ। ਤੋ ਗੁਰਦੇਵ ਪਿਤਾ ਮਹਾਰਾਜ ਕਹਿੰਦੇ ਵੀ ਮੈਂ ਉਸ ਨੂੰ ਭੁਲਾਵਾਂ ਨਾ, ਮੈਂ ਉਹਨੂੰ ਆਪਣੀ ਜ਼ਿੰਦਗੀ 'ਚੋਂ ਵਿਸਾਰਾਂ ਨਾ, ਐਸੇ ਵਾਸਤੇ ਮੈਂ ਕੀ ਕਰਾਂ, ਤੀਰਥਾਂ 'ਤੇ ਨਹਾਵਾਂ। ਅਤੇ ਗੁਰਦੇਵ ਨੇ ਜਿਵੇਂ ਜਪ ਬਾਣੀ ਦੀ ਪਹਿਲੀ ਪੌੜੀ ਵਿੱਚ ਉਸ ਕਰਮ ਕਾਂਡ ਦੇ ਉੱਤੇ ਸਭ ਤੋਂ ਪਹਿਲਾਂ ਚੋੜ ਕੀਤੀ, ਜਿਹੜਾ ਕਰਮ ਕਾਂਡ ਸਭ ਤੋਂ ਵੱਧ ਇਸ ਦੇਸ਼ ਵਿੱਚ ਵਿਪਰ ਲੋਕਾਂ ਕੋਲੋਂ ਕਰਵਾ ਰਿਹਾ ਸੀ, ਵੀ ਆਪਣੇ ਤਨ ਨੂੰ ਬਾਰ-ਬਾਰ ਧੋਣ 'ਤੇ ਜ਼ੋਰ ਦੇ ਰਿਹਾ ਸੀ। ਅਤੇ ਗੁਰਦੇਵ ਨੇ ਡੰਕੇ ਦੀ ਚੋੜ 'ਤੇ ਕਿਹਾ ਤਨ ਧੋਣ ਨਾਲ ਮਨ ਸਾਫ਼ ਨਹੀਂ ਹੋਏਗਾ। ਇੱਥੇ ਵੀ ਮਹਾਰਾਜ ਕਹਿੰਦੇ ਨੇ ਤੀਰਥ ਨਹਾਵਾਂ, ਮੈਂ ਤੀਰਥਾਂ 'ਤੇ ਨਹਾਉਣ ਜਾਵਾਂ, ਪਰ ਜੇ ਤਿਸ ਭਾਵਾਂ, ਜੇ ਮੈਂ ਉਹਨੂੰ ਭਾਵਾਂ ਹੀ ਨਾ, ਜੇ ਮੈਂ ਉਹਨੂੰ ਚੰਗਾ ਹੀ ਨਾ ਲੱਗਾ, ਜੇ ਤੇ ਉਹਨੂੰ ਮੈਂ ਚੰਗਾ ਲੱਗਾ ਤਾਂ ਮੈਨੂੰ ਜਾਣ 'ਚ ਕੋਈ ਹਰਜ ਨਹੀਂ। ਪਰ ਜੇ ਮੈਂ ਉਹਨੂੰ ਚੰਗਾ ਹੀ ਨਾ ਲੱਗਾ, ਜੇ ਮੈਂ ਉਹਨੂੰ ਪ੍ਰਸੰਨ ਹੀ ਨਾ ਕਰ ਸਕਾਂ ਉਸ ਪਰਿਪੂਰਨ ਪਰਮਾਤਮਾ ਨੂੰ, ਤੇ ਤੀਰਥਾਂ 'ਤੇ ਨਹਾਉਣ ਦਾ ਕੀ ਫਾਇਦਾ। ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਜੇ ਮੈਂ ਉਹਨੂੰ ਭਾਉਂਦਾ ਨਹੀਂ ਤੇ ਨਹਾਉਣ ਦਾ ਕੀ ਫਾਇਦਾ। ਵਿਣ ਭਾਣੇ ਕੇ ਨਹਾਏ ਕਰੀ। ਜਦੋਂ ਅਸੀਂ ਭਗਤ ਕਬੀਰ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਭਗਤ ਕਬੀਰ ਜੀ ਵੀ ਕਹਿੰਦੇ ਨੇ ਕਬੀਰ ਨਹਾਵਣ ਕੋ ਤੀਰਥ ਕਨੇ, ਨਹਾਵਣ ਕੋ ਤੀਰਥ ਕਨੇ, ਮਨ ਬੌਰਾ ਰੇ ਪੂਜਨ ਕੋ ਬਹੁ ਦੇਵ। ਨਹਾਉਣ ਵਾਸਤੇ ਸਮਾਜ ਵਿੱਚ ਬੜੇ ਤੀਰਥ ਬਣਾਏ ਹੋਏ ਨੇ ਵਿਪਰ ਨੇ, ਤਾਂ ਬੜੀ ਵੱਡੀ ਗੱਲ ਸੀ ਇਹ।
ਕਾਂਸ਼ੀ ਦੇ ਗੜ੍ਹ ਵਿੱਚ ਬਹਿ ਕੇ ਏਡੀਆਂ ਵੱਡੀਆਂ ਗੱਲਾਂ ਕਹਿਣੀਆਂ ਵੀ ਨਹਾਵਣ ਕੋ ਤੀਰਥ ਕਨੇ ਮਨ ਬੌਰਾ ਰੇ ਪੂਜਨ ਕੋ ਬੋ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ ਛੂਟਨ ਹਰ ਕੀ ਸੇਵ। ਵੀ ਨਹਾਉਣ ਵਾਸਤੇ ਬੜੇ ਤੀਰਥ ਸਥਾਨ ਨੇ, ਪੂਜਣ ਵਾਸਤੇ ਬੜੇ ਦੇਵੀ ਦੇਵਤੇ ਨੇ। ਕੀ ਇਹਨਾਂ ਤਰੀਕਿਆਂ ਨਾਲ ਮੈਂ ਉਸ ਨੂੰ ਪ੍ਰਸੰਨ ਕਰ ਸਕਦਾ ਹਾਂ? ਤਾਂ ਮਹਾਰਾਜ ਕਹਿਣ ਲੱਗੇ, ਜਿਹੜੀ ਗੱਲ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਕਿ ਵੀ ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ। ਭਗਤ ਕਬੀਰ ਜੀ ਨੇ ਵੀ ਬੜੀ ਪਿਆਰੀ ਗੱਲ ਕਹੀ, ਕਹਿੰਦੇ ਨਹਾਵਣ ਕੋ ਤੀਰਥ ਘਨੇ। ਘਨੇ ਦਾ ਅਰਥ ਹੁੰਦਾ ਬਹੁਤ ਜ਼ਿਆਦਾ, ਵੀ ਨਹਾਉਣ ਵਾਸਤੇ ਤੀਰਥ ਬਹੁਤ ਜ਼ਿਆਦਾ ਨੇ, ਬੜੇ ਤੀਰਥ ਸਥਾਨ ਬਣੇ ਨੇ। ਪੂਜਨ ਕੋ ਬਹੁ ਦੇਵ, ਤੇ ਪੂਜਾ ਕਰਨ ਵਾਸਤੇ ਬੜੇ ਦੇਵੀ ਦੇਵਤੇ ਨੇ। ਜੇ ਹੁਣ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ, ਅੱਜ ਤੀਰਥ ਸਥਾਨ ਘੱਟ ਨੇ ਕਿਤੇ? ਅੱਜ ਕਿਹੜੇ ਥਾਂ ਥਾਂ 'ਤੇ ਨਹੀਂ ਬਣਾਏ ਹੋਏ? ਬੰਦਾ ਦੁੱਧ ਲੈ ਕੇ ਜਾਂਦਾ ਅਤੇ ਉੱਥੋਂ ਪਾਣੀ ਭਰ ਕੇ ਲੈ ਆਉਂਦਾ ਹੈ। ਜਿਹੜੇ ਦੂਜਿਆਂ ਨੂੰ ਕਹਿੰਦੇ ਐਸ ਸਰੋਵਰ 'ਚ ਇਸ਼ਨਾਨ ਕਰੋ ਤੁਹਾਡੇ ਦੁੱਖ ਦੂਰ ਹੋਣਗੇ, ਆਪ ਡਾਕਟਰਾਂ ਕੋਲ ਕਿਉਂ ਜਾਂਦੇ ਨੇ? ਆਪ ਹੌਸਪੀਟਲਾਂ ਦੇ ਚੱਕਰ ਕਿਉਂ ਲਾ ਰਹੇ ਨੇ? ਯਾਦ ਰੱਖਣਾ, ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਵੀ ਪਾਣੀ ਤਣ ਦੀ ਮੈਲ ਲੈ ਸਕਦਾ ਹੈ, ਮਨ ਦੀ ਮੈਲ ਲਾਉਣ ਵਿੱਚ ਪਾਣੀ ਵਿੱਚ ਕੋਈ ਤਾਕਤ ਨਹੀਂ ਹੈ। ਇਹ ਬਾਣੀ ਨੇ ਵੀ ਕਿਹਾ, ਪਾਣੀ ਚਿੱਤ ਨਾ ਧੋਪਈ ਮੁੱਖ ਪੀਤੇ ਤਿਖ ਜਾਏ। ਪਾਣੀ ਤੁਹਾਡੇ ਅੰਦਰ ਦੀ ਪਿਆਸ ਬੁਝਾ ਸਕਦਾ, ਜਿਹੜਾ ਉਹਦਾ ਕੰਮ ਹੈ। ਭਾਈ ਗੁਰਦਾਸ ਜੀ ਵਰਗਿਆਂ ਨੇ, ਜਿਨ੍ਹਾਂ ਨੇ ਗੁਰਬਾਣੀ ਆਪ ਲਿਖੀ ਆਪਣੇ ਕਰ ਕਮਲਾਂ ਨਾਲ ਗੁਰੂ ਅਰਜਨ ਸਾਹਿਬ ਦੀ ਗੋਦ ਵਿੱਚ ਬਹਿ ਕੇ, ਉਹਨਾਂ ਨੇ ਹਵਾਲੇ ਦਿੱਤੇ ਕਿ ਤੀਰਥਾਂ ਤੇ ਨਹਾਤਿਆਂ ਮਿਲੇ ਜੇ ਤੀਰਥ ਨਹਾਤਿਆਂ ਡੱਡਾਂ ਜਲਵਾਸੀ। ਜੇ ਤੀਰਥਾਂ ਤੇ ਨਹਾਤਿਆਂ ਮਿਲਦਾ ਹੋਵੇ ਤਾਂ ਸਭ ਤੋਂ ਪਹਿਲਾਂ ਡੱਡੂਆਂ ਨੂੰ ਮਿਲ ਜਾ। ਡੱਡੂ ਤੇ ਰਹਿੰਦੇ ਪਾਣੀ ਵਿੱਚ ਨੇ, ਤੇ ਪਾਣੀ ਦੇ ਵਿੱਚ ਵਾਸਾ ਕਰਦੇ ਨੇ। ਤਾਂ ਅੱਜ ਵੀ ਤੁਸੀਂ ਵੇਖੋ, ਕਿਤੇ ਮੱਸਿਆ ਲੱਗ ਰਹੀ ਹੈ, ਕਿਤੇ ਪੂਰਨਮਾਸੀ ਲੱਗ ਰਹੀ ਹੈ, ਕਰਮਕਾਂਡ ਕੀਤੇ ਜਾ ਰਹੇ ਨੇ। ਟਰਾਲੀਆਂ, ਬੱਸਾਂ, ਟਰੱਕ ਭਰ ਭਰ ਕੇ ਜਾਂਦੇ ਨੇ ਲੋਕ, ਮੱਸਿਆ ਪੁੰਨਿਆ ਤੇ ਇਸ਼ਨਾਨ ਕਰਕੇ ਘਰ ਨੂੰ ਆ ਜਾਂਦੇ ਨੇ, ਪਰ ਆਪਣੇ ਕਰਮ ਬਦਲਣ ਨੂੰ ਤਿਆਰ ਨਹੀਂ, ਆਪਣੀਆਂ ਆਦਤਾਂ ਤੇ ਆਪਣਾ ਸੁਭਾਅ ਬਦਲਣ ਨੂੰ ਤਿਆਰ ਨਹੀਂ। ਜਿਹੜੀ ਗੱਲ ਗੁਰਦੇਵ ਜੀ ਕਹੇ, ਗੁਰਾ ਇੱਕ ਦੇ ਬੁਝਾਈ, ਮੈਨੂੰ ਇੱਕ ਸਿੱਖਿਆ ਦੇ ਦਿਓ, ਮੇਰੇ ਸੁਰਤ ਵਿੱਚ ਇੱਕ ਗੱਲ ਟਿਕਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ, ਜੋ ਸਭ ਜੀਵਾਂ ਦਾ ਉਹ ਦਾਤਾ ਮਾਲਕ ਮੇਰੇ ਹਿਰਦੇ 'ਚ ਵਸਿਆ ਹੋਇਆ ਹੈ, ਉਹਨੂੰ ਮੈਂ ਭੁੱਲ ਨਾ ਜਾਵਾਂ, ਮੈਂ ਆਪਣੀ ਸੁਰਤ ਵਿੱਚ ਉਹਨੂੰ ਵਿਸਾਰ ਨਾ ਦੇਵਾਂ। ਉਹਦੇ ਵਾਸਤੇ ਲੋਕ ਤੀਰਥਾਂ 'ਤੇ ਜਾਂਦੇ, ਸ਼ਾਇਦ ਉਹਦੇ ਨਾਲ ਜ਼ਿਆਦਾ ਪਿਆਰ ਬਣ ਜੂ। ਕਹਿੰਦੇ ਨਾ, ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ। ਜੇ ਮੈਂ ਉਹਨੂੰ ਭਾਵਾਂ ਹੀ ਨਾ ਤੇ ਨਹਾਉਣ ਦਾ ਕੀ ਫਾਇਦਾ ਹੈ? ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ। ਜੇਤੀ ਸ੍ਰਿਸ਼ਟ ਉਪਾਈ ਵੇਖਾਂ, ਜਿੰਨੀ ਵੀ ਸ੍ਰਿਸ਼ਟੀ ਮੈਂ ਪੈਦਾ ਕੀਤੀ ਵੇਖ ਰਿਹਾ। ਵਿਣ ਕਰਮਾਂ, ਕਰਮਦਾਰ ਸਾਹਿਬ ਬਖਸ਼ਿਸ਼। ਵਿਣ ਕਰਮਾਂ ਕੇ ਮਿਲੇ ਲਈ, ਬਿਨਾਂ ਕਰਮਾਂ ਤੋਂ ਕਿਹਨੇ ਕੁਝ ਲਿਆ? ਤੇ ਬਖਸ਼ਿਸ਼ ਯਾਦ ਰੱਖਣਾ ਉਦੋਂ ਹੁੰਦੀ ਹੈ ਜਦੋਂ ਕੋਈ ਬੰਦਾ ਕੰਮ ਕਰਨਾ ਸ਼ੁਰੂ ਕਰਦਾ ਹੈ। ਇਹ ਨਹੀਂ ਆਪਾਂ ਡੀਕਾਂਗੇ ਬਖਸ਼ਿਸ਼ ਹੋਏਗੀ ਤੇ ਮੈਂ ਆਹ ਕੰਮ ਕਰਾਂਗਾ। ਜਿਵੇਂ ਮੈਂ ਪਹਿਲੀਆਂ ਪੌੜੀਆਂ 'ਚ ਵਿਚਾਰ ਸਾਂਝੇ ਕਰ ਚੁੱਕਾ ਵੀ ਜਿਵੇਂ ਸਾਡੇ ਸਮਾਜ 'ਚ ਬੜਾ ਵੱਡਾ ਇੱਕ ਬਹਾਨਾ ਮਾਰਿਆ ਜਾਂਦਾ, ਵੇਖੋ ਤੁਹਾਡੇ 'ਤੇ ਰੱਬ ਦੀ ਬਖਸ਼ਿਸ਼ ਹੋਈ ਹੈ, ਇਹ ਸਰੀਰ ਦਿੱਤਾ, ਆਹ ਦਿਮਾਗ ਦਿੱਤਾ, ਹੱਥ ਪੈਰ ਦਿੱਤੇ, ਹੁਣ ਤੂੰ ਕੰਮ ਨਹੀਂ ਕਰੇਂਗਾ ਤੇ ਭਾਈ ਇਹ ਤੇ ਮੰਨ ਲਓ ਤੁਸੀਂ ਟੂਟੀ ਖੋਲ ਦਿਓ। ਮੈਂ ਸੌਖੀ ਉਦਾਹਰਨ ਦਿੰਦਾ, ਤੁਸੀਂ ਟੂਟੀ ਖੋਲ ਦਿਓ, ਇੱਦਾਂ ਥੱਲੇ ਬਾਲਟੀ ਰੱਖ ਦਿਓ, ਤੁਸੀਂ ਇੱਦਾਂ ਕਹੋ ਹਾਂ ਭਲਾ ਜੇ ਰੱਬ ਦੀ ਬਖਸ਼ਿਸ਼ ਹੋਈ ਤਾਂ ਟੂਟੀ ਬੰਦ ਹੋ ਜਾਏਗੀ। ਤੁਹਾਨੂੰ ਟੂਟੀ ਆਪ ਬੰਦ ਕਰਨੀ ਪੈਣੀ ਹੈ। ਨਹੀਂ ਬੰਦ ਕਰੋਗੇ ਸਾਰਾ ਟੈਂਕੀ ਦਾ ਪਾਣੀ ਬਰਬਾਦ ਚਲ ਜਾਏਗਾ, ਉੱਦਾਂ ਹੀ ਜਾ ਕੇ ਨਾਲੀ ਵਿੱਚ ਵੇਸਟ ਵਗ ਜਾਏਗਾ। ਘਰਾਂ 'ਚ ਸਿਆਣੀਆਂ ਭੈਣਾਂ ਬੈਠੀਆਂ ਸੁਣ ਰਹੀਆਂ ਨੇ, ਤੁਸੀਂ ਆਪਣੇ ਘਰ 'ਚ ਕੋਈ ਕੰਮ ਕਰਦੀਆਂ ਜੇ, ਸਵੇਰੇ ਤੁਸੀਂ ਆਪਣੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਣਾ ਹੈ, ਰਾਤ ਨੂੰ ਪਲੈਨਿੰਗ ਕਰਕੇ ਸੌਂਦੇ ਜੇ, ਇੰਨੇ ਵਜੇ ਮੈਂ ਉੱਠਣਾ, ਇੰਨੇ ਵਜੇ ਮੈਂ ਆਪਣੇ ਬੱਚੇ ਨੂੰ ਬ੍ਰੇਕਫਾਸਟ ਬਣਾ ਕੇ ਵਰਦੀ ਪ੍ਰੈਸ ਕਰਕੇ ਤੋਰਨਾ, ਇੱਦਾਂ ਕਹਿ ਕੇ ਸੌਂਹਾਂ। ਬਖਸ਼ਿਸ਼ ਹੋਏਗੀ ਤੇ ਆਪਾਂ ਉੱਠ ਜਾਵਾਂਗਾ। ਤੁਹਾਨੂੰ ਉਹ ਬਖਸ਼ਿਸ਼ ਲੈਣੀ ਪੈਣੀ। ਪਤਾ ਹੈ 102 ਬੁਖਾਰ ਵੀ ਹੋਇਆ ਨਾ ਤਾਂ ਵੀ ਉੱਠ ਕੇ ਬ੍ਰੇਕਫਾਸਟ ਬਣਾਉਣਾ ਪੈਣਾ, ਕਿਉਂਕਿ ਦੂਜੀ ਆਪਸ਼ਨ ਕੋਈ ਨਹੀਂ ਹੈ ਤੁਹਾਡੇ ਕੋਲ। ਪਤਾ ਬੱਚੇ ਦਾ ਐਗਜ਼ਾਮ ਹੈ, ਆਪਣੇ ਬੁਖਾਰ ਦਾ ਧਿਆਨ ਬਾਅਦ ਵਿੱਚ ਵੇਖਿਆ ਜਾਏਗਾ, ਪਹਿਲਾਂ ਬੱਚੇ ਨੂੰ ਤਿਆਰ ਕੀਤਾ ਜਾਏਗਾ। ਉੱਥੇ ਅਸੀਂ ਇੰਤਜ਼ਾਰ ਨਹੀਂ ਕਰਦੇ। ਜੇ ਕਿਸੇ ਨੇ ਦੁਕਾਨ ਖੋਲ੍ਹਣੀ ਹੋਵੇ, ਇੱਦਾਂ ਕਹਿੰਦੇ ਆਪਾਂ ਬਖਸ਼ਿਸ਼ ਹੋਈ ਤੇ ਦੁਕਾਨ ਖੁੱਲ੍ਹ ਜੂਗੀ। ਪਤਾ ਹੈ ਦੁਕਾਨ ਖੋਲ੍ਹਣੀ ਪੈਣੀ ਹੈ। ਦੁਕਾਨ ਖੋਲ੍ਹਾਂਗਾ, ਆਪਣੇ ਆਪ ਸਮਾਜ ਵਿੱਚ ਜੋ ਮੈਂ ਕੰਮ ਕਰਨਾ ਅੱਗੇ ਵਧਦਾ ਜਾਵਾਂਗਾ। ਬੱਚਾ ਇੱਦਾਂ ਕਹੀ ਜਾਵੇ ਬਖਸ਼ਿਸ਼ ਹੋਏਗੀ ਤੇ ਮੈਂ ਪੜ੍ਹ ਜਾਵਾਂਗਾ, ਉਹ ਭਲੇ ਉਹ ਬਖਸ਼ਿਸ਼ ਤੇ ਹੋਈ ਪਈ ਹੈ। ਆਹ ਬਖਸ਼ਿਸ਼ ਹੈ, ਸਰੀਰ ਮਿਲਿਆ ਸਾਨੂੰ। ਕੱਲ੍ਹ ਨੂੰ ਆ ਜਿਹੜੇ ਲੋਕ ਨਸ਼ੇ ਕਰਦੇ ਨੇ, ਉਹ ਤਾਈਓ ਤੇ ਲੋਕਾਂ ਦੇ ਵਿੱਚ ਇਹ ਗੱਲ ਬੈਠੀ ਘਰ ਕਰ ਗਈ, ਬਖਸ਼ਿਸ਼ ਹੋਏਗੀ ਤੇ ਅਸੀਂ ਨਸ਼ੇ ਛੱਡ ਦੇਵਾਂਗੇ। ਬਖਸ਼ਿਸ਼ ਹੈ, ਮੈਂ ਉਸ ਬਖਸ਼ਿਸ਼ ਦਾ ਪਾਤਰ ਉਦੋਂ ਬਣਾਂਗਾ ਜਦੋਂ ਮੈਂ ਉਹਦੇ ਅਨੁਸਾਰ ਜ਼ਿੰਦਗੀ ਜੀਵਾਂਗਾ।
ਕਿਉਂਕਿ ਜੇ ਜਿਹੜੀ ਗੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਕਹੀ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ, ਭਾਣੇ ਦਾ ਅਰਥ ਕੀ, ਰਜਾ ਮਰਿਆਦਾ, ਉਹੀ ਸਖਾ ਹੈ। ਜਿਵੇਂ ਕਿਸੇ ਕੰਟਰੀ ਵਿੱਚ ਵਧੀਆ ਸਿਟੀਜ਼ਨ ਬਣਨ ਵਾਸਤੇ ਉਸ ਕੰਟਰੀ ਦੇ ਕਾਇਦਾ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ, ਇੱਦਾਂ ਹੀ ਜੇ ਮੈਂ ਮਾਲਕ ਦਾ ਬਖਸ਼ਿਸ਼ ਦਾ ਪਾਤਰ ਬਣਨਾ ਚਾਹੁੰਦਾ ਤੇ ਮੈਨੂੰ ਉਹਦੇ ਨਿਯਮ, ਉਹਦੀ ਮਰਿਆਦਾ, ਉਹਦੇ ਹੁਕਮ, ਉਹਦੀ ਰਜਾ ਦੀ ਪਾਲਣਾ ਕਰਨੀ ਪੈਣੀ ਹੈ। ਇਹੋ ਇੱਕ ਤਰੀਕਾ ਹੈ ਜਿਹਦੇ ਨਾਲ ਮੇਰੀ ਉਹ ਦੂਰੀ ਮਿਟ ਸਕਦੀ ਹੈ ਤੇ ਮੈਂ ਸਚਿਆਰਾ ਬਣ ਸਕਦਾ ਹਾਂ। ਗੁਰਦੇਵ ਜੀ ਨੇ ਜਿਹੜੀ ਗੱਲ ਇੱਥੇ ਕਹੀ ਹੈ, ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ, ਕਰਮ ਮੀਨ ਬਖਸ਼ਿਸ਼, ਤੇ ਬਖਸ਼ਿਸ਼ ਉਹਨਾਂ ਤੇ ਹੁੰਦੀ ਹੈ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਨੇ, ਜਿਹੜੇ ਮਿਹਨਤ ਕਰਦੇ ਨੇ, ਜਿਹੜੇ ਮੁਸ਼ੱਕਤ ਕਰਦੇ ਨੇ, ਜਿਹੜੇ ਆਪਣੀ ਜ਼ਿੰਦਗੀ, ਜਿਵੇਂ ਬਾਣੀ 'ਚ ਲਿਖਿਆ, ਉਦਮ ਕਰੋ, ਉਦਮ ਮੈਂ ਕਰਨਾ ਪਰ ਕਰਾਵੋ ਠਾਕੁਰ। ਲਫ਼ਜ਼ ਵੇਖੋ ਕਿੱਡਾ ਪਿਆਰਾ। ਇਹ ਮਾਣ ਦੇਣ ਵਾਲੀ ਗੱਲ ਹੁੰਦੀ ਹੈ ਜਦੋਂ ਸਟੂਡੈਂਟ ਟੀਚਰ ਨੂੰ ਕਹਿੰਦਾ ਜੀ ਪੜ੍ਹਨਾ ਮੈਂ, ਪੜ੍ਹਾਉਣਾ ਤੁਸੀਂ ਹੈ। ਟੀਚਰ ਇੱਦਾਂ ਕਹਿੰਦਾ, ਪੜ੍ਹਨਾ ਮੈਂ ਆ, ਪੜ੍ਹਾ ਦਿਓ ਮੈਨੂੰ ਤੁਸੀਂ। ਇੱਦਾਂ ਕਹੀ ਜਾਵੇ, ਟੀਚਰ ਜੀ ਕਰ ਦਿਓ ਕਿਰਪਾ ਤੁਸੀਂ ਮੈਨੂੰ। ਟੀਚਰ ਕਹੇਗਾ, ਭਰਾਵਾ ਕਿਰਪਾ ਮੈਂ ਤਾਂ ਤੈਨੂੰ ਦੱਸੀ ਜਾਣਾ, ਪੜ੍ਹਨਾ ਤੈਨੂੰ ਪੈਣਾ ਹੈ। ਕਿਸੇ ਬੱਚੇ ਨੇ ਹਾਰਮੋਨੀਅਮ ਸਿੱਖਣਾ ਹੋਵੇ, ਕੀਰਤਨ ਸਿੱਖਣਾ ਹੋਵੇ, ਤੇ ਉਸਤਾਦ ਨੂੰ ਕਹਿੰਦਾ ਜੀ ਮੈਨੂੰ ਕੀਰਤਨ ਸਿਖਾਓ, ਕਹਿੰਦਾ ਕਾਕਾ ਸਿੱਖਣਾ ਤੂੰ ਹੈ, ਮੈਂ ਸਿਖਾਵਾਂਗਾ, ਪਰ ਰਿਆਜ਼ ਤੈਨੂੰ ਕਰਨਾ ਪੈਣਾ ਹੈ। ਜਦੋਂ ਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ, ਟੀਚਰ ਸਿਰਫ ਪੜ੍ਹਨਾ ਸਿਖਾ ਸਕਦਾ ਹੈ, ਪਰ ਵਿਦਿਆਰਥੀ ਨੂੰ, ਸਟੂਡੈਂਟ ਨੂੰ ਆਪਣੇ ਰੂਮ ਵਿੱਚ ਜਾ ਕੇ ਘੰਟਾ ਅੱਧਾ 2 ਘੰਟੇ ਜਾ ਕੇ ਉਸ ਸੰਥਿਆ ਦੀ ਪ੍ਰੈਕਟਿਸ ਕਰਨੀ ਪੈਂਦੀ ਹੈ, ਪਾਠ ਦਾ ਉਚਾਰਨ ਕਰਨਾ ਪੈਂਦਾ, ਮੈਂ ਕਿਹੜੇ ਸ਼ਬਦ ਨੂੰ ਕਿੱਦਾਂ ਬੋਲਣਾ ਹੈ। ਪੜ੍ਹੇ ਲਿਖੇ ਟੀਚਰ ਮੇਰੇ ਵੀਰ ਭੈਣਾਂ ਬੈਠੇ ਸੁਣ ਰਹੇ ਹੋਣਗੇ ਤੁਸੀਂ ਘਰਾਂ 'ਚ, ਟੀਚਰ ਕਲਾਸ ਵਿੱਚ ਅੱਖਰੀ ਗਿਆਨ ਦਿੰਦਾ ਸਟੂਡੈਂਟ ਨੂੰ, ਜੇ ਘਰ ਜਾ ਕੇ ਸਟੂਡੈਂਟ ਹੋਮਵਰਕ ਨਾ ਕਰੇ, ਉਹ 'ਤੇ ਪਹਿਰਾ ਨਾ ਦੇਵੇ, ਤੇ ਕਦੀ ਆਪਣੇ ਆਪ ਬੱਚਾ ਨਹੀਂ ਪੜ੍ਹ ਸਕਦਾ। ਉਹਨੂੰ ਮਿਹਨਤ ਕਰਨੀ ਪੈਣੀ, ਉਹਨੂੰ ਮੁਸ਼ੱਕਤ ਕਰਨੀ ਪੈਣੀ। ਜੇ ਬਾਕੀ ਸਾਰਿਆਂ ਕੰਮਾਂ ਵਾਸਤੇ ਤੁਸੀਂ ਇੱਦਾਂ ਫਸਲ ਬੀਜ ਕੇ ਇੱਦਾਂ ਕਹੀ ਜਾਓ ਰੱਬ ਦੀ ਕਿਰਪਾ ਹੋਏਗੀ ਤੇ ਫਸਲ ਵਧੀਆ ਹੋ ਜਾਏਗੀ, ਕਿਰਪਾ ਤੁਹਾਨੂੰ ਕਰਨੀ ਪੈਣੀ ਹੈ। ਟਾਈਮ ਨਾਲ ਪਾਣੀ ਦੇਣਾ ਪੈਣਾ ਹੈ, ਟਾਈਮ ਨਾਲ ਖਾਦ ਦੇਣੀ ਪੈਣੀ ਹੈ, ਤੁਹਾਨੂੰ ਉਹਦੀ ਰਾਖੀ ਕਰਨੀ ਪੈਣੀ ਹੈ। ਵਕਤ ਨਾਲ ਤੁਹਾਨੂੰ ਕਣਕਾਂ ਦਾ ਸੀਜ਼ਨ ਆਉਂਦਾ ਹੈ, ਆਪਣੀ ਮਿਹਨਤ ਮੁਸ਼ੱਕਤ ਕਰਕੇ ਮਾੜੀ ਮੋਟ ਕਿਸਾਨ ਦੀ ਤਬੀਅਤ ਵੀ ਖਰਾਬ ਹੋਈ ਹੋਵੇ ਤੇ ਕਣਕ ਵੱਢਣ ਦਾ ਟਾਈਮ ਹੋਵੇ, ਸਿਹਤ ਵੱਲ ਬਾਅਦ ਵਿੱਚ ਵੇਂਦਾ, ਕਹਿੰਦਾ ਭਾਈ ਉੱਤੋਂ ਬੱਦਲ ਦਾ ਮੌਸਮ, ਜਿਹੜਾ ਵਰਖਾ ਦਾ ਮੌਸਮ ਬਣਦਾ ਫਿਰਦਾ ਹੈ, ਕੋਈ ਨਹੀਂ ਮੈਂ ਜਾ ਕੇ ਪਹਿਲਾਂ ਆਪਣੀ ਫਸਲ ਸਾਂਭ ਲਵਾਂ। ਉਹ ਇਹ ਨਹੀਂ ਕਹਿੰਦਾ ਰੱਬ ਦੀ ਕਿਰਪਾ ਹੋਏਗੀ ਤੇ ਫਸਲ ਸਾਂਭੀ ਜਾਏਗੀ। ਜੇ ਅਸੀਂ ਸੰਸਾਰ ਦੇ ਆਪਣੇ ਨਿੱਕੇ ਨਿੱਕੇ ਕੰਮਾਂ ਵਾਸਤੇ ਅਸੀਂ ਇੰਨੇ ਇਮਾਨਦਾਰ ਹਾਂ ਤੇ ਇੰਨੇ ਉਦਮੀ ਹਾਂ, ਜਦੋਂ ਗੁਰਮਤਿ ਦਾ ਮਸਲਾ ਆਉਂਦਾ, ਉਹ ਰੱਬ ਦੀ ਕਿਰਪਾ ਹੋਏਗੀ, ਉਹਨੇ ਬਖਸ਼ਿਸ਼ ਕਰਨੀ ਹੈ। ਭਾਈ ਜਦੋਂ ਕਿਰਪਾ ਕਰਤੀ, ਉਹਨੇ ਸਾਨੂੰ ਆਪਣੇ ਨਾਲ ਜੋੜ ਲੈਣਾ। ਤੁਸੀਂ ਘਰ ਮਰੀਜ਼ ਪਿਆ, ਇੱਦਾਂ ਕਹੋ ਹਾਂ ਰੱਬ ਦੀ ਕਿਰਪਾ ਹੋਏਗੀ ਤੇ ਹਸਪੀਟਲ ਚਲ ਜਾਵਾਂਗੇ, ਤੁਹਾਨੂੰ ਜਾਣਾ ਪੈਣਾ। ਤੁਸੀਂ ਮਿਹਨਤ ਕਰੋਗੇ, ਜਾ ਕੇ ਉੱਥੇ ਹਸਪੀਟਲ ਜਾਓਗੇ, ਡਾਕਟਰ ਤੁਹਾਡਾ ਇਲਾਜ ਕਰੇਗਾ, ਠੀਕ ਹੋ ਜਾਓਗੇ। ਗੁਰਦੇਵ ਜੀ ਕਹਿੰਦੇ ਤੀਰਥ ਨਾਵਾਂ ਜੇ ਤਿਸ ਭਾਵਾਂ, ਤੀਰਥਾਂ ਤੇ ਮੈਂ ਨਾਉਣ। ਹੁਣ ਜਿਸ ਕਰਮਕਾਂਡ ਦਾ ਖੰਡਨ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ 'ਚ ਕਰ ਰਹੇ ਨੇ, ਸਭ ਤੋਂ ਵੱਧ ਇਹ ਕਰਮਕਾਂਡ ਸਿੱਖਾਂ ਕੋਲੋਂ ਅੱਜ ਕਰਵਾਇਆ ਜਾ ਰਿਹਾ। ਜਾ ਕੇ ਵੇਖੋ ਸਰੋਵਰਾਂ ਦੇ ਕੰਢਿਆਂ 'ਤੇ ਕਿੱਦਾਂ ਲਿਖ ਲਿਖ ਕੇ ਲਾਇਆ, ਇੱਥੇ ਮੱਸਿਆ ਲੱਗਦੀ ਹੈ ਜੀ, ਇੱਥੇ ਪੁੰਨਿਆ ਲੱਗਦੀ ਹੈ, ਇੱਥੋਂ ਦੁੱਧ ਲੈ ਜਾਓ ਜੀ, ਇੱਥੋਂ ਪੁੱਤ ਲੈ ਜਾਓ ਜੀ। ਡੇਰੇਦਾਰ ਤੁਸੀਂ ਵੇਖੋ ਕਿੱਦਾਂ ਪ੍ਰਚਾਰ ਕਰਦੇ ਆ, ਇੱਥੋਂ ਦੁੱਧ ਲੈ ਜਾਓ ਜੀ, ਇੱਥੋਂ ਪੁੱਤ ਲੈ ਜਾਓ। ਕਮਾਲ ਦੀ ਗੱਲ ਵੇਖੋ, ਦੁੱਧ ਪਿੰਡਾਂ 'ਚੋਂ ਇਕੱਠਾ ਹੋ ਕੇ ਡੇਰਿਆਂ ਜਾਂਦਾ ਤੇ ਡੇਰੇਦਾਰ ਫੱਟਾ ਲਾ ਕੇ ਬਿਠੇ, ਦੁੱਧ ਇੱਥੋਂ ਲੈ ਜਾਓ। ਡੇਰੇਦਾਰ ਤੂੜੀ ਪੱਠੇ ਲੋਕਾਂ ਕੋਲੋਂ ਮੰਗਦੇ ਆ, ਕਹਿੰਦੇ ਦੁੱਧ ਪੁੱਤ ਇੱਥੋਂ ਲੈ ਜਾਓ। ਤੁਸੀਂ ਵੇਖੋ ਸਾਡੇ ਸਮਾਜ ਵਿੱਚ ਕਿਸਾਨ ਜਿਹੜਾ ਵਾ ਉਹ ਮੰਗ ਰਿਹਾ, ਜਾਂ ਕਿਸਾਨ, ਕਿੱਡੀ ਕਮਾਲ ਦੀ ਗੱਲ, ਹਾਸੋ ਹੋਣੀ ਗੱਲ ਹੈ ਵੀ ਦੁੱਧ ਇੱਥੋਂ ਲੈ ਜਾਓ ਜੀ। ਮੈਂ ਇਹ ਗੱਲ ਕਹਿਣਾ ਚਾਹੁੰਦਾ, ਧਿਆਨ ਨਾਲ ਸੁਣਿਓ। ਡੇਰੇਦਾਰ ਕਹਿੰਦਾ ਜੀ ਦੁੱਧ ਸਾਡੇ ਕੋਲੋਂ ਲੈ ਜਾਓ, ਤੇ ਦੁੱਧ ਪਿੰਡਾਂ 'ਚੋਂ ਇਕੱਠਾ ਹੋ ਕੇ ਡੇਰੇ ਜਾ ਰਿਹਾ। ਫਿਰ ਉਹ ਕਹਿੰਦਾ ਜੀ ਪੁੱਤ ਸਾਡੇ ਕੋਲ ਲੈ ਜਾਓ। ਤੇ ਗ੍ਰਸਤੀ ਹੈ, ਪਤੀ ਪਤਨੀ ਹੋਣਗੇ, ਕੱਲ੍ਹ ਨੂੰ ਬੱਚਾ ਹੋਏਗਾ, ਬਾਬੇ ਆਪ ਛੜੇ ਨੇ, ਬਾਬੇ ਆਪ ਵਿਆਹੇ ਨਹੀਂ, ਪੁੱਤ ਵੀ ਕਹਿੰਦੇ ਸਾਡੇ ਕੋਲੋਂ ਲੈ ਜਾਓ। ਇਹ ਗੱਲਾਂ ਮੈਨੂੰ ਪਤਾ ਤਕਲੀਫ ਦੇਣੀਆਂ ਨੇ, ਗੱਲਾਂ ਚੁਭਣੀਆਂ ਨੇ, ਪਰ ਸੱਚ ਇਹੋ ਹੀ ਹੈ। ਗੁਰੂ ਸਾਹਿਬ ਨੇ ਜਿਸ ਪਖੰਡਵਾਦ ਤੋਂ ਬਾਹਰ ਕੱਢਿਆ ਸੀ, ਉਹ ਪਖੰਡਵਾਦ ਅੱਜ ਸਾਡੇ ਕੋਲੋਂ ਫਿਰ ਕਰਵਾਇਆ ਜਾ ਰਿਹਾ। ਗੁਰੂ ਸਾਹਿਬ ਨੇ ਕਿੱਡੇ ਸੋਹਣੇ ਤਰੀਕੇ ਨਾਲ ਜਿਨ੍ਹਾਂ ਕਰਮਕਾਂਡਾਂ 'ਚੋਂ ਸਾਨੂੰ ਬਾਹਰ ਕੱਢਿਆ, ਉਹ ਕਰਮਕਾਂਡ ਅੱਜ ਸਾਡੇ ਕੋਲੋਂ ਉਸੇ ਤਰ੍ਹਾਂ ਸੇਮ ਤਰੀਕੇ ਨਾਲ ਕਰਵਾਏ ਜਾ ਰਹੇ ਨੇ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ। ਇਹ ਨਹੀਂ ਵੀ ਵਿਪਰ ਵਾਲਾ ਜਿਹੜਾ ਪਾਣੀ ਹੈ ਉਹਨੂੰ ਕਹਤੇ ਇਹ 'ਚ ਨਹਾਤਿਆਂ ਮੁਕਤੀ ਨਹੀਂ ਮਿਲਣੀ, ਤੇ ਜਿਹੜਾ ਸਾਡੇ ਕੋਲ ਪਾਣੀ ਇਹ 'ਚ ਨਹਾਤਿਆਂ ਮੁਕਤੀ ਮਿਲ ਜਾਣੀ ਹੈ, ਨਹੀਂ ਮਿਲਣੀ।
ਇਹ ਡੰਕੇ ਦੀ ਚੋਟ ਤੇ ਕਿਹਾ ਸਤਿਗੁਰ ਨੇ ਬਾਣੀ 'ਚ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਆਹ ਸੀ ਅਸਲੀ ਤੀਰਥ ਸਥਾਨ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪਾਣੀ 'ਚ ਨਹਾਤਿਆਂ ਤਨ ਦੀ ਮੈਲ ਲੈ ਸਕਦੀ ਹੈ, ਮਨ ਦੀ ਮੈਲ ਗੁਰੂ ਸ਼ਬਦ ਦੀ ਵਿਚਾਰ ਨਾਲ ਉਤਰਨੀ ਸੀ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਹੋਤੀ ਅੰਤਰ ਗਿਆਨ ਹੈ। ਜਦੋਂ ਮੈਂ ਆਪਣੇ ਗੁਰੂ ਦੇ ਸ਼ਬਦ ਨੂੰ ਸਮਝਾਂਗਾ, ਅੰਦਰ ਕੋਈ ਥੋੜ੍ਹੀ ਬਹੁਤੀ ਗੁਰਮਤ ਦੀ ਅੰਦਰ ਗੱਲ ਸਿੱਖਿਆ ਜਾਏਗੀ, ਮੇਰੇ ਮਨ ਦੇ ਵਿਚਾਰ ਬਦਲਣਗੇ, ਆਪਣੇ ਆਪ ਮੇਰੇ ਮਨ ਦੀ ਮੈਲ ਲੈਣੀ ਸ਼ੁਰੂ ਹੋ ਜਾਏਗੀ, ਜ਼ਿੰਦਗੀ ਤਬਦੀਲ ਹੋ ਜਾਏਗੀ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ। ਕੇ ਮਿਲੇ ਲਈ ਦਾ ਅਰਥ ਵਾ ਕਿਹਨੇ ਕੁਝ ਲਿਆ ਬਿਨਾਂ ਬਖਸ਼ਿਸ਼ ਤੋਂ, ਤੇ ਬਖਸ਼ਿਸ਼ ਉਹਨਾਂ ਤੇ ਹੁੰਦੀ ਆ ਜਿਹੜੇ ਕੰਮ ਕਰਦੇ ਨੇ। ਵਿਹਲਿਆਂ ਤੇ ਬਖਸ਼ਿਸ਼ ਨਹੀਂ ਹੁੰਦੀ। ਵਿਹਲਿਆਂ ਤੇ ਬਖਸ਼ਿਸ਼, ਕੰਮ ਕਰਨ ਵਾਲੇ 'ਤੇ ਬਖਸ਼ਿਸ਼ ਹੋਏਗੀ। ਸਰੀਰ ਦਿੱਤਾ ਮਾਲਕ ਨੇ ਸਾਨੂੰ, ਅੱਖਾਂ ਦਿੱਤੀਆਂ ਨੇ, ਵਰਤੋਂ ਕਰੋ ਇਹਦੀ। ਕਿੰਨਾ ਸੋਹਣਾ ਸਾਨੂੰ ਇਹ ਕਾਇਆ ਬਖਸ਼ਿਸ਼ ਕੀਤੀ ਹੈ, ਇਹਨੂੰ ਸਵਾਰ ਭਾਈ। ਜੇ ਤੂੰ ਚਾਹੁੰਦਾ ਆਪਣੇ ਇਹ ਸਰੀਰ ਤੇ ਆਪਣੇ ਮਨ ਤੇ ਬਖਸ਼ਿਸ਼ ਕਰਨਾ, ਛੱਡ ਦੇ ਨਸ਼ੇ, ਬੁਰੇ ਕੰਮ ਛੱਡ ਕੇ ਚੰਗੇ ਕੰਮਾਂ ਵਾਲੇ ਬੰਨੇ ਤੁਰ ਪਾ। ਵਿਣ ਕਰਮਾਂ ਕੇ ਮਿਲੇ ਲਈ। ਫਿਰ ਅਗਲੀ ਗੱਲ ਕਿੱਡੀ ਪਿਆਰੀ ਕਹੀ ਗੁਰਦੇਵ ਪਿਤਾ ਮਹਾਰਾਜ ਜੀ ਨੇ, ਮਤ ਵਿੱਚ ਰਤਨ ਜਵਾਹਰ ਮਾਣਕ। ਗੁਰਦੇਵ ਪਿਤਾ ਮਹਾਰਾਜ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਕ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਤ ਵਿੱਚ, ਫਿਰ ਮਤ ਵਿੱਚ ਹੀਰੇ ਜਵਾਹਰਾਤ ਮਾਣਕ ਮੋਤੀ ਕੀਮਤ ਜਿਹੜੇ ਕੀਮਤੀ ਉਹ ਪੈਦਾ ਹੋਣਗੇ। ਕਦੋਂ? ਜਦੋਂ ਮੈਂ ਗੁਰੂ ਦੀ ਇੱਕ ਵੀ ਸਿੱਖਿਆ ਉੱਤੇ ਅਮਲ ਕਰ ਲਿਆ ਤੇ ਅੰਦਰ ਹੀ ਹੀਰੇ ਜਵਾਹਰਾਤ ਮਾਣਕ ਮੋਤੀ ਪੈਦਾ ਹੋਣਗੇ। ਬੜਾ ਅਮੀਰ ਹੋ ਜਾਏਗਾ ਬੰਦਾ ਅੰਦਰੋਂ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ। ਅਸੀਂ ਧਨ ਵਾਲੇ ਹਾਂ, ਅਸੀਂ ਭਾਗਾਂ ਵਾਲੇ ਹਾਂ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ। ਪਿਊ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ। ਵੇਖੋ ਕਿੱਡਾ ਪਿਆਰਾ ਸ਼ਬਦ ਵਰਤੇ। ਜਿਹੜਾ ਦੁਨਿਆਵੀ ਦਾਦਿਆਂ ਪੜਦਾਦਿਆਂ ਦੀ ਜਾਇਦ ਹੁੰਦੀ ਹੈ ਉਹ ਤਨ ਦੇ ਕੰਮ ਆਉਂਦੀ ਆ, ਪਰ ਇਹ ਜਿਹੜੀ ਜਾਇਦਾਦ ਹੈ ਨਾ, ਇਹਨੇ ਸਾਡੇ ਮਨ ਨੂੰ ਅਮੀਰ ਕਰਨਾ ਹੈ। ਪਿਊ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ, ਇੱਥੇ ਮਨ ਸ਼ਬਦ ਵਰਤਿਆ, ਭਇਆ ਨਿਧਾਨਾ, ਮਨ ਵਿੱਚ ਹੀ ਖਜ਼ਾਨਾ ਪ੍ਰਗਟ ਹੋ ਗਿਆ, ਮਨ ਵਿੱਚ ਹੀ ਨਿਧਾਨ ਪ੍ਰਗਟ ਹੋ ਗਿਆ। ਮਤ ਵਿੱਚ ਰਤਨ ਜਵਾਹਰ ਮਾਣਕ, ਮਤ ਵਿੱਚ ਰਤਨ ਜਵਾਹਰ ਮਾਣਕ ਮੋਤੀ ਕੀਮਤੀ ਪੈਦਾ ਹੋ ਗਏ। ਤੇ ਯਾਦ ਰੱਖਣਾ, ਜਦੋਂ ਆਪਾਂ ਕਿਸੇ ਦੀ ਤਾਰੀਫ ਕਰਦੇ ਹਾਂ, ਕਿਸੇ ਦੀ ਗੱਲ ਕਰਦੇ ਹਾਂ, ਕਹਿੰਦੇ ਬਹੁਤ ਬੰਦਾ ਸਿਆਣਾ ਬਈ, ਆਪਾਂ ਉਹਦੀ ਸਿਆਣਪ ਕਿੱਥੋਂ ਕਹੀ? ਕਿ ਉਹਦੀ ਸੁਰਤ ਬੜੀ ਚੰਗੀ ਹੈ, ਉਹਦੇ ਵਿਚਾਰ ਬੜੇ ਨੇਕ ਨੇ। ਜੇ ਵਿਚਾਰ ਨੇਕ ਹੋਣਗੇ ਤੇ ਕਰਮ ਵੀ ਨੇਕ ਹੋਣਗੇ, ਕੰਮ ਵੀ ਚੰਗੇ ਕਰੇਗਾ, ਤੇ ਕੰਮ ਚੰਗੇ ਕਰੇਗਾ ਤੇ ਆਦਤਾਂ ਵੀ ਚੰਗੀਆਂ ਹੋਣਗੀਆਂ ਉਹਦੀਆਂ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ, ਇੱਥੇ ਰੋਕੇ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਇੱਕ ਵੀ ਸਿੱਖਿਆ ਉੱਤੇ ਅਮਲ ਕੀਤਾ ਜਾਏ, ਇੱਕ ਵੀ। ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਪਰ ਇਸ ਬੰਦੇ ਦੀ ਹਾਲਤ ਪਤਾ ਕੀ ਭਗਤ ਕਬੀਰ ਜੀ ਨੇ ਬਿਆਨ ਕੀਤਾ? ਜਿਵੇਂ ਬੰਦਾ ਨੇਤਰਹੀਣ ਹੋਵੇ, ਉਹ ਤੁਰਿਆ ਆ ਰਿਹਾ ਹੋਵੇ, ਰਸਤੇ 'ਚ ਕੋਈ ਸੋਨੇ ਦਾ ਕੜਾ ਪਿਆ ਹੋਵੇ, ਕੋਈ ਹੀਰੇ ਜਵਾਹਰਾਤ ਪਏ ਹੋਣ, ਉਹਨੂੰ ਵਿਚਾਰੇ ਨੂੰ ਕੀ ਪਤਾ? ਉਹ ਤੇ ਪੈਰ ਰੱਖ ਕੇ ਅੱਗੇ ਲੰਘ ਜਾਏਗਾ ਨਾ, ਉਹ ਤੇ ਪੈਰ ਰੱਖ ਕੇ ਹੀ ਅੱਗੇ ਲੰਘੇਗਾ ਨਾ, ਉਹਨੂੰ ਕੀ ਪਤਾ ਵਿਚਾਰੇ ਨੂੰ? ਉਹ ਅੱਗੇ ਲੰਘ ਗਿਆ, ਦੂਜੇ ਬੰਦਾ ਸਜਾਖਾ, ਉਹ ਕਹਿੰਦਾ ਤੂੰ ਉਹ ਤੇ ਪੈਰ ਰੱਖ ਕੇ ਲੰਘ ਗਿਆ, ਪਰ ਗੱਲ ਇਹ ਆ ਨਾ, ਉਹਨੂੰ ਪਤਾ ਨਹੀਂ ਸੀ, ਉਹ ਪੈਰ ਰੱਖ ਕੇ ਲੰਘ ਗਿਆ। ਭਗਤ ਕਬੀਰ ਕਹਿੰਦੇ ਨੇ ਮਾਰਗ ਮੋਤੀ ਬੀਥਰੇ। ਬੰਦੇ ਦੇ ਇਸ ਜੀਵਨ ਦੇ ਇਸ ਮਾਰਗ ਵਿੱਚ ਮੋਤੀ ਖਿਲਰੇ ਪਏ ਨੇ, ਹੀਰੇ ਜਵਾਹਰਾਤ ਖਿਲਰੇ ਪਏ ਨੇ। ਹੀਰੇ ਜਵਾਹਰਾਤ ਮੋਤੀ ਗੁਣ ਨੇ। ਮਾਰਗ ਮੋਤੀ ਬੀਥਰੇ ਜਗਤ ਉਲੰਘੇ ਆਏ। ਜਿਹੜਾ ਜਗਤ ਨਾ ਉਲੰਘ ਕੇ ਆਈ ਜਾ ਰਿਹਾ ਹੈ, ਇਹ ਜੀਵ ਅੰਨਾ ਉਹਨਾਂ ਮਾਰਗ ਮੋਤੀਆਂ ਦੇ ਉੱਤੇ ਪੈਰ, ਜਾਣੀ ਕਿ ਇਹ ਮਾਰਗ ਮੋਤੀ ਨੇ ਗੁਣ, ਇਹ ਜੀਵ ਗੁਣਾਂ ਦੇ ਉੱਤੇ ਪੈਰ ਰੱਖ ਕੇ ਤੁਰਿਆ ਫਿਰਦਾ ਹੈ। ਮਾਰਗ ਮੋਤੀ ਬੀਥਰੇ ਜਗਤ ਉਲੰਘੈ ਆਏ, ਜੋਤ ਬਿਨਾ। ਇੱਥੇ ਜੋਤ ਦਾ ਅਰਥ ਹੈ ਗਿਆਨ, ਜੋਤ ਦਾ ਅਰਥ ਹੈ ਸਮਝ। ਜੋਤ ਬਿਨਾ ਜਗਦੀਸ਼ ਕੀ, ਜਗਦੀਸ਼ ਦੀ ਜੋਤ ਤੋਂ ਬਿਨਾ, ਜਗਦੀਸ਼ ਦੀ ਸਮਝ ਤੋਂ ਬਿਨਾ, ਰੱਬ ਦੇ ਗਿਆਨ ਤੋਂ ਬਿਨਾ, ਉਸ ਮਾਲਕ ਦੇ ਸੋਝੀ ਤੋਂ ਬਿਨਾ ਜਗਤ ਉਲੰਘਿਆ ਜਾਏ। ਕਿੰਨੇ ਪਿਆਰੇ ਸ਼ਬਦ ਵਰਤੇ ਥੇ। ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਜਾਏ। ਜਗਤ ਉਲੰਘਦਾ ਜਾ ਰਿਹਾ, ਅੱਗੇ ਜਾ ਰਿਹਾ। ਮੋਤੀ
ਕਿੰਨੇ ਸੋਹਣੇ। ਤੇ ਯਾਦ ਰੱਖਣਾ, ਬੰਦੇ ਦੀ ਜ਼ਿੰਦਗੀ 'ਚ ਗੁਣ ਬਾਹਰ ਕੱਢ ਦਿਓ ਸਾਧ ਸੰਗਤ, ਬੰਦੇ ਦੀ ਕੋਈ ਵੈਲਿਊ ਨਹੀਂ, ਗੁਣਾਂ ਦੀ ਕਦਰ ਹੈ। ਤੁਸੀਂ ਘਰ ਵਿੱਚ ਗਾਂ ਮੱਝ ਰੱਖਦੇ ਹੋ ਨਾ, ਕਦੀ ਨੋਟ ਕਰਿਓ, ਤੁਸੀਂ ਮੰਡੀ ਵਿੱਚੋਂ ਗਾਂ ਮੱਝ ਖਰੀਦ ਕੇ ਲਿਆਓ, ਜਿਹੜੀ ਦੁੱਧ ਦਿੰਦੀ ਹੈ, ਕਿਸਾਨ ਸਵੇਰੇ ਉੱਠ ਕੇ ਆਪ ਜਲ ਪਾਣੀ ਬਾਅਦ ਵਿੱਚ ਛਕਦਾ, ਪਹਿਲਾਂ ਉਹਦੀ ਖੁਰਲੀ ਪੱਠਿਆਂ ਨਾਲ ਭਰਦਾ, ਉਹਦੀ ਸੇਵਾ ਕਰਦਾ, ਉੱਤੇ ਪੱਖਾ ਲਾਉਂਦਾ, ਉਹਨੂੰ ਨਵਾਉਂਦਾ, ਉਹਨੂੰ ਖਲ ਪਾਉਂਦਾ, ਉਹਦੀ ਸੇਵਾ ਕਰਦਾ। ਦੁੱਧ ਦੇਣ ਵਾਲੀ ਗਾਂ ਗਵਾ ਜਾਏ, ਸਾਰਾ ਪਰਿਵਾਰ ਲੱਭਣ ਤੁਰਦਾ। ਜਿੰਨੀ ਦੇਰ ਤੱਕ ਉਹਨੂੰ ਲੱਭ ਕੇ ਨਾ ਲੈ ਆਉਣ, ਚੈਨ ਨਹੀਂ ਆਉਂਦਾ, ਕਿਉਂਕਿ ਪਤਾ 60, 70, 80 ਹਜ਼ਾਰ 90 ਹਜ਼ਾਰ ਦੀ ਗਾਂ ਲੈ ਕੇ ਆਏ ਸੀ। ਪਰ ਜੇ ਕਿਤੇ ਦੁੱਧ ਨਾ ਦਿੰਦੀ ਹੋਵੇ, ਉਹਦਾ ਰੱਸਾ ਆਪੇ ਲਾ ਦਿੰਦਾ। ਹੁਣ ਗਾਂ ਦੀ ਕਦਰ ਨਹੀਂ ਸੀ, ਦੁੱਧ ਦੀ ਕਦਰ ਸੀ। ਜੇ ਦੁੱਧ ਨਾ ਹੁੰਦਾ, ਦੁੱਧ ਨਾ ਦਿੰਦੀ, ਤੇ ਗਾਂ ਤੇ ਉਹੀ ਸੀ ਜਿਹੜੀ 90, 80 ਹਜ਼ਾਰ ਦੀ ਲਿਆਂਦੀ ਸੀ। ਅੱਜ ਰੱਸਾ ਕੋ ਲਾਤਾ ਉਹਦਾ। ਆ ਜਿਹੜੀਆਂ ਆ ਗਾਵਾਂ ਇੰਨੀਆਂ ਲਈ ਫਿਰਦੇ ਨੇ, ਕਿਹੜੀਆਂ ਗਾਵਾਂ ਨੇ? ਜੇ ਦੁੱਧ ਦਿੰਦੀਆਂ ਹੋਣ ਤੇ ਇੱਦਾਂ ਵਾਰਾ ਹੀ ਕਿਸਾਨ ਛੱਡ ਦੇਵੇ ਭਲਾ। ਦੁੱਧ ਬਿਨ ਧੇਨ, ਦੁੱਧ ਤੋਂ ਬਿਨਾਂ ਗਾਂ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ। ਖੰਭਾਂ ਤੋਂ ਬਿਨਾਂ ਪੰਖੀ ਕਿਸੇ ਕੰਮ ਦਾ ਨਹੀਂ। ਪੰਛੀ ਦੇ ਖੰਭ ਨੇ ਤੇ ਉਡਾਨ ਭਰਦਾ ਹੈ ਨਾ। ਦੁੱਧ ਦਿੰਦੀ ਹੈ ਗਾਂ, ਤੇ ਉਹਦੀ ਸੇਵਾ ਹੈ ਨਾ, ਗਾਂ ਦੀ ਸੇਵਾ। ਹੁਣ ਦੁੱਧ ਦੇਣ ਵਾਲੀ ਗਾਂ ਜਿਹੜੀ ਹੈ, ਉਹਦੇ ਪੱਠੇ ਵੱਖਰੇ ਹੁੰਦੇ ਨੇ, ਉਹਦੀ ਖੁਰਲੀ ਵੱਖਰੀ ਹੁੰਦੀ ਹੈ। ਨਾ ਦੁੱਧ ਦਿੰਦੀ ਹੋਵੇ ਤੇ ਕਈ ਵਾਰੀ 12 ਵਜੇ ਤੱਕ ਬੱਝੀ ਰਹਿੰਦੀ, ਉਹਨੂੰ ਪਾਣੀ ਵੀ ਨਹੀਂ ਉਹਨੂੰ ਪਿਆਉਣ ਨੂੰ ਕਿਸਾਨ ਦਾ ਦਿਲ ਕਰਦਾ, ਕਹਿੰਦਾ ਐਵੇਂ ਤੂੜੀ ਪੱਠੇ ਪਾਉਣੇ ਇਹਨੂੰ, ਜਦੋਂ ਦੁੱਧ ਹੀ ਨਹੀਂ ਦਿੰਦੀ ਹੈ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀ। ਬਹੁਤ ਸੋਹਣਾ ਬੀਜ ਲਿਆ ਕੇ ਯੂਨੀਵਰਸਿਟੀ 'ਚੋਂ ਕਿਸਾਨ ਨੇ ਆਪਣੇ ਖੇਤਾਂ 'ਚ ਬੀਜਿਆ, ਪਰ ਜੇ ਟਾਈਮ ਨਾਲ ਪਾਣੀ ਨਾ ਮਿਲਿਆ, ਉਹ ਫਸਲ ਪ੍ਰਫੁੱਲਤ ਹੋਏਗੀ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀ। ਕਿਆ ਸੁਲਤਾਨ ਸਲਾਮ ਵੀ ਹੋਣਾ। ਉਹ ਕਾਹਦਾ ਬਾਦਸ਼ਾਹ ਜਿਹਨੂੰ ਲੋਕ ਅੰਦਰੋਂ ਸਲਾਮ ਨਾ ਕਰਦੇ ਹੁਣ। ਅੰਧੀ ਕੋਠੀ ਤੇਰਾ ਨਾਮ ਨਾਹੀ। ਕੋਠੀ ਮੀਨਿੰਗ ਸਰੀਰ। ਉਹ ਕਾਹਦਾ ਜਿਸਮ, ਉਹ ਕਾਹਦਾ ਸਰੀਰ ਜਿਹ 'ਚ ਨਾਮ ਹੈ ਨਹੀਂ, ਜਿਹ 'ਚ ਗੁਣ ਹੈ ਨਹੀਂ, ਜਿਹ 'ਚ ਚੰਗਿਆਈਆਂ ਹੈ ਨਹੀਂ। ਤਾਂ ਗੁਰਦੇਵ ਪਿਤਾ ਮਹਾਰਾਜ ਨੇ ਗੁਣਾਂ ਦੀ ਗੱਲ ਬਾਰ-ਬਾਰ ਕੀਤੀ। ਬੰਦੇ ਆਪਣੀ ਜ਼ਿੰਦਗੀ 'ਚ ਗੁਣ ਪੈਦਾ ਕਰ। ਹੁਣ ਜਿਸ ਪੌੜੀ ਦੀ ਆਪਾਂ ਹੁਣੇ ਵਿਚਾਰ ਸਾਂਝੀ ਕਰ ਰਹੇ ਹਾਂ, ਗੁਰਦੇਵ ਜੀ ਇਹਦੇ ਵਿੱਚ ਇਹੋ ਹੀ ਗੱਲ ਕਰ ਰਹੇ ਨੇ ਵੀ ਗੁਰਾ ਇੱਕ ਦੇਹ ਬੁਝਾਈ। ਹੇ ਗੁਰੂ, ਮੈਨੂੰ ਇੱਕ ਗੱਲ ਸਮਝਾ ਦਿਓ, ਇੱਕ ਸਿੱਖਿਆ ਮੇਰੇ ਦਿਮਾਗ ਵਿੱਚ ਪਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਜੀਵਾਂ ਦਾ ਜੋ ਦਾਤਾ ਹੈ ਉਹ ਮਾਲਕ ਪਰਿਪੂਰਨ ਪਰਮਾਤਮਾ। ਕਿਉਂਕਿ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ, ਜਦੋਂ ਦਾਤਿਆਂ ਦੀ ਗਿਣਤੀ ਕੀਤੀ ਉਦੋਂ ਕਿਹਾ ਦਾਤਾ ਇੱਕ ਹੈ, ਭਿਖਾਰੀ ਸਾਰਾ ਜਗਤ ਹੈ। ਉਹ ਇੱਕ ਦਾਤਾ ਤੇਰੇ ਅੰਦਰ ਹੈ। ਐਵੇਂ ਥਾਂ ਥਾਂ 'ਤੇ ਭਟਕਦਾ ਨਾ ਫਿਰ। ਇੱਥੇ ਕੋਈ ਲੱਖਾਂ ਦਾ ਦਾਤਾ ਹੈ, ਕੋਈ ਕਿਤੇ ਦਾਤਾ ਬਣ ਕੇ ਬੈਠਾ ਹੈ, ਕੋਈ ਬੰਦਾ ਰੱਬ ਬਣ ਕੇ ਬੈਠਾ। ਕੋਈ ਆਂਦਾ ਮੇਰੇ ਕੋਲੋਂ ਆਓ, ਮੇਰੀ ਅਰਦਾਸ ਸੁਣੀ ਜਾਣੀ ਹੈ। ਕੋਈ ਆਂਦਾ ਜੀ ਮੇਰੇ ਕੋਲੋਂ ਅਰਦਾਸ ਤੇ ਕਿਰਤੀ ਦੀ ਸੁਣੀ ਜਾਣੀ ਚਾਹੀਦੀ ਹੈ। ਜਦੋਂ ਅਸੀਂ ਕਈ ਵਾਰੀ ਜਦੋਂ ਸਮਾਗਮਾਂ 'ਤੇ ਜਾਈਦਾ, ਕਈ ਸਾਨੂੰ ਕਹਿਣਗੇ ਭਾਈ ਸਾਹਿਬ ਜੀ ਅਰਦਾਸ ਕਰ ਦਿਓ। ਅਸੀਂ ਕਹਾਂਗੇ ਭਾਈ ਅਸੀਂ ਕੋਈ ਬਾਬੇ ਨੇ, ਅਸੀਂ ਤੁਹਾਡੇ ਵਰਗੇ ਹਾਂ ਨਾ, ਤੇ ਸਾਡਾ ਪਹਿਰਾਵਾ ਬਾਬਿਆਂ ਵਾਲਾ ਹੈ, ਤੁਹਾਡੇ ਵਰਗੇ ਅਸੀਂ। ਕਿਉਂਕਿ ਕੁਦਰਤੀ ਗੱਲ ਹੈ, ਜਦੋਂ ਅਗਲੇ ਬਾਣਾ ਇੱਦਾਂ ਦਾ ਪਾਉਂਦੇ, ਵਧੋ ਵਧੀ ਜੀ ਕਰਦਾ, ਉਹਨਾਂ ਦੇ ਬਰਾਬਰ ਨਹੀਂ ਬੈਠਦੇ ਅਗਲੇ। ਬਾਬਾ ਜੀ ਬੈਠਣ ਲੱਗੇ ਐ ਅਰਦਲੀ ਬਣ ਕੇ ਨਾਲ ਖਲੋਤੇ ਹੋਏ ਨੇ ਸੇਵਾਦਾਰ। ਮਾਫ਼ ਕਰਨਾ, ਕਹਿਣਾ ਬੜਾ ਸੌਖਾ ਹੈ ਜੀ ਅਸੀਂ ਪਖੰਡਵਾਦ ਦੇ ਵਿਰੁੱਧ ਜਹਾਦ ਛੇੜਿਆ। ਪਹਿਰਾਵੇ ਵੇਖੋ, ਪਹਿਰਾਵਿਆਂ ਤੋਂ ਪਤਾ ਲੱਗਦਾ। ਪਹਿਰਾਵਾ ਜੇ ਉਹੀ ਹੈ ਜਿਹਦੇ ਰਾਹੀਂ ਪੂਜਾ ਕੀਤੀ ਜਾਵੇ। ਪਹਿਲਾਂ ਪਹਿਰਾਵਾ ਕਿਰਸਾਨ ਕਿਰਤੀ ਵਰਗਾ। ਜਦੋਂ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਸ਼ਬਦ ਲਿਖਦੇ ਨੇ ਨਾ ਕਿ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ। ਬਾਬੇ ਨੇ ਜਦੋਂ ਮੱਕੇ ਗਏ ਉਹੋ ਜਿਹੇ ਬਸਤਰ ਪਾਏ। ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਪ੍ਰਚਾਰ ਫੇਰੀਆਂ 'ਤੇ ਜਾਂਦੇ ਨੇ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋਂ ਗੁਰੂ ਗੁਬਾਰ ਹੈ ਹਾ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉੱਥੇ ਸ਼ਬਦ ਵਰਤਿਆ ਬਾਬੇ ਭੇਖ ਬਣਾਇਆ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਪਰ ਜਦੋਂ ਉਹ ਬਾਬਾ ਅਖੀਰ ਕਰਤਾਰਪੁਰ ਦੀ ਧਰਤੀ 'ਤੇ ਆਣ ਕੇ ਟਿਕ ਗਏ, ਉੱਥੇ ਲਿਖਿਆ ਜਾਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ। ਫਿਰ ਗੁਰਦੇਵ ਪਿਤਾ ਮਹਾਰਾਜ ਕਰਤਾਰਪੁਰ ਦੀ ਧਰਤੀ 'ਤੇ ਆਣ ਕੇ ਟਿਕ ਗਏ। ਪੈਰ ਸੰਸਾਰੀ ਕੱਪੜੇ। ਹੁਣ ਸੰਸਾਰੀ ਕੱਪੜੇ ਕਿਹੜੇ ਹੋਣਗੇ ਭਲਾ? ਗ੍ਰਸਤੀਆਂ ਵਾਲੇ ਕੱਪੜੇ ਕਿਹੜੇ ਹੋਣਗੇ? ਜਦੋਂ ਬਾਬਾ ਹਲ ਵਾਹੁੰਦਾ ਹੋਏਗਾ ਕਰਤਾਰਪੁਰ ਦੀ ਧਰਤੀ 'ਤੇ ਕਿਹੜਾ ਪਹਿਰਾਵਾ ਪਾਇਆ ਹੋਏਗਾ? ਕਿਸਾਨ ਭਰਾਵਾਂ ਨੂੰ ਪਤਾ, ਜਦੋਂ ਖੇਤਾਂ 'ਚ ਕੰਮ ਕਰਦੇ ਹੋ ਕਿਹੜੀ ਵਰਦੀ ਪਾਈ ਹੁੰਦੀ ਉਸ ਵਕਤ ਕਿਸਾਨ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੁਨੀਆ ਨੂੰ ਦੱਸ ਰਹੇ ਸਨ ਕਿਤੇ ਮੇਰੀ ਭੇਖ ਦੀ ਪੂਜਾ ਨਾ ਕਰ ਲੱਗ ਪੈਣ।
ਜੇ ਮੈਂ ਉਹ ਵਰਦੀ ਨਾ ਉਤਾਰੀ ਨਾ, ਲੋਕਾਂ ਉਸ ਵਰਦੀ ਗਾੜੀ ਮੱਥਾ ਟੇਕਣ ਲੱਗ ਪੈਣਾ। ਅਤੇ ਅੱਜ ਵੀ ਇਹੋ ਕੁਝ ਹੋ ਰਿਹਾ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ, ਜਿਹੜਾ ਬਾਬਾ ਚੋਲਾ ਪਾ ਕੇ ਜਿਹਦੇ ਬਰਾਬਰ ਲੋਕ ਸੋਫੇ 'ਤੇ ਬੈਠਣ ਨੂੰ ਤਿਆਰ ਨਹੀਂ, ਜਿਹਦੇ ਗਾੜੀ ਪੈਰਾਂ 'ਚ ਮੱਥਾ ਟੇਕਦੇ, ਇੱਕ ਵਾਰ ਉਹਨੂੰ ਕੋਈ ਪੈਂਟ ਕਮੀਜ਼ ਪਾ, ਬੱਸ ਵਿੱਚ ਬਹਿ, ਕੰਡਕਟਰ ਨੇ ਵੀ ਟਿਕਟ ਮੰਗ ਲੈਣੀ ਹੈ, ਭਾਈ ਸਾਹਿਬ ਜੀ ਟਿਕਟ ਦਿਓ, ਉਹ 'ਚ ਬਾਅਦ 'ਚ ਦੱਸਿਆ ਪਤਾ ਲੱਗਣਾ ਜੀ ਇਹ ਫਲਾਣੇ ਮਹਾਂਪੁਰਖ ਨੇ। ਅੱਛਾ ਜੀ, ਮੈਂ ਤਾਂ ਪਛਾਣਿਆ ਨਹੀਂ, ਪਰ ਟਿਕਟ ਲੱਗਣੀ ਹੈ ਜੀ। ਹੁਣ ਉਹੋ ਹੀ ਬਾਬਾ ਹੈ। ਇਹਦਾ ਮਤਲਬ ਵਰਦੀ ਨੇ ਬਾਬਾ ਬਣਾ ਤਾ, ਵਰਦੀ ਉਤਾਰੀ ਥੱਲਿਓਂ ਕੁਝ ਹੋਰ ਨਿਕਲ ਆਇਆ। ਯਾਦ ਰੱਖਣਾ, ਜਦੋਂ ਭਗਤ ਕਬੀਰ ਜੀ ਨੇ ਸ਼ਬਦ ਵਰਤੇ ਸੀ ਨਾ, ਮਾਥੇ ਤਿਲਕ, ਹੱਥ ਮਾਲਾ, ਬਾਨਾ। ਬਾਨਾ ਮੀਨਿੰਗ ਇੱਥੇ ਵਰਦੀ ਹੈ। ਲੋਗਨ ਰਾਮ ਖਿਲਾਉਣਾ ਜਾਣਾ। ਜੇ ਮੱਥੇ 'ਤੇ ਤਿਲਕ ਅਤੇ ਹੱਥ 'ਚ ਪਾਈਆਂ ਮਾਲਾ, ਇਹਨਾਂ ਨੂੰ ਪਖੰਡ ਆਖਿਆ ਨਾ, ਅਤੇ ਸਾਧ ਸੰਗਤ ਜੀ, ਧਰਮ ਦੇ ਨਾਂ 'ਤੇ ਲੁੱਟਣ ਵਾਲਿਆਂ ਨੂੰ ਪਾਈਆਂ ਹੋਈਆਂ ਵਰਦੀਆਂ ਨੂੰ ਵੀ ਗੁਰਦੇਵ ਨੇ ਵਿਖਾਵਾ ਆਖੇ। ਇਹ ਬੜਾ ਕਹਿਣਾ ਸੌਖਾ ਹੈ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੋਈ ਵੱਖਰਾ ਕੰਮ ਨਹੀਂ ਕੀਤਾ, ਸਮਾਜ ਵਿੱਚ ਆਮ ਰਹੇ ਨੇ। ਅਤੇ ਗੁਰਦੇਵ ਪਿਤਾ ਮਹਾਰਾਜ ਨੇ ਪਹਿਰਾਵਾ ਵੀ ਫਿਰ ਆਮ ਪਾਇਆ ਸੀ, ਸਮਾਜ ਵਿੱਚ ਆਮ ਰਹਿਣਾ ਸਿੱਖਿਆ ਸੀ। ਗੁਰਦੇਵ ਪਿਤਾ ਮਾ ਜੇ ਗੁਣ ਹੋਣਗੇ, ਕੁਆਲਿਟੀ ਹੋਏਗੀ, ਤਾਂ ਬੰਦਾ ਕਿਸੇ ਵੀ ਪਹਿਰਾਵੇ 'ਚ ਕਿਉਂ ਨਾ ਹੋਵੇ, ਲਾਲ 'ਤੇ ਤੁਸੀਂ ਕਿਤੇ ਵੀ ਡਿੱਗਾ ਹੋਵੇ ਲੋਕਾਂ ਪਹਿਚਾਣ ਲੈਣਾ। ਜੇ ਹੀਰੇ ਜਵਾਹਰਾਤ ਦੀ ਆਪਾਂ ਗੱਲ ਕਰੀਏ, ਫਿਰ ਗੱਲ ਨੂੰ ਸਮਝਣਾ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ 'ਤੇ ਵਾਪਸ ਪਰਤ ਕੇ ਆਉਂਦੇ ਨੇ, ਤਾਂ ਕਰਸਾਨੀਆਂ ਵਾਲੇ, ਆਮ ਗ੍ਰਸਤੀਆਂ ਵਾਲੇ ਕੱਪੜੇ ਪਾਉਂਦੇ ਨੇ, ਤਾਂ ਇਹ ਗੱਲ ਸਮਝਣ ਦੀ ਜ਼ਰੂਰਤ ਆ। ਗੁਰਦੇਵ ਪਿਤਾ ਮਹਾਰਾਜ ਨੇ ਇਹ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਇਆ ਕਿ ਭਾਈ ਆ ਜ਼ਿੰਦਗੀ ਨੂੰ ਸਮਝ, ਆਪਣੇ ਵਿੱਚ ਗੁਣ ਅਤੇ ਕੁਆਲਿਟੀ ਪੈਦਾ ਕਰ, ਖੂਬਸੂਰਤੀ ਲੈ ਕੇ ਆ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਹਾਵਾਂ, ਮੈਂ ਤੀਰਥਾਂ 'ਤੇ ਨਹਾਵਾਂ ਤਾਂ ਜੇ ਮੈਂ ਉਹਨੂੰ ਚੰਗਾ ਲੱਗਾ, ਜੇ ਮੈਂ ਉਹਨੂੰ ਪਰੇਸ਼ਾਨੀ ਨਾ ਕਰ ਸਕਾਂ, ਜੇ ਮੈਂ ਉਹਨੂੰ ਚੰਗਾ ਹੀ ਨਾ ਲੱਗਾ, ਤੇ ਨਹਾਉਣ ਦਾ ਕੀ ਫਾਇਦਾ। ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਕੀ ਨਹਾਉਣ ਦਾ ਫਾਇਦਾ ਬਿਨਾਂ ਉਹਨੂੰ ਚੰਗਾ ਲੱਗਣ ਤੋਂ। ਜੇਤੀ ਸਿਰਫ ਉਪਾਈ ਵੇਖਾਂ, ਜਿੰਨੀ ਸ੍ਰਿਸ਼ਟੀ ਮੈਂ ਪੈਦਾ ਕੀਤੀ ਵੇਖ ਰਿਹਾ। ਵਿਣ ਕਰਮਾ, ਕਰਮ ਮੀਨਿੰਗ ਬਖਸ਼ਿਸ਼, ਅਤੇ ਬਖਸ਼ਿਸ਼ ਉਹ ਹੋਏਗੀ ਜਿਹੜਾ ਕੰਮ ਕਰੇਗਾ। ਸਟੂਡੈਂਟ ਨੂੰ ਟੀਚਰ ਕੋਲੋਂ ਨੰਬਰ ਮੰਗਣੇ ਨਹੀਂ ਪੈਂਦੇ, ਇਮਾਨਦਾਰੀ ਨਾਲ ਉਹ ਪੜ੍ਹੇਗਾ, ਐਗਜ਼ਾਮ ਦੇ ਵਿੱਚ ਚੰਗਾ ਲਿਖੇਗਾ, ਜੋ ਕੁਐਸਚਨ ਪੁੱਛੇ ਗਏ ਉਹਨਾਂ ਦੇ ਆਨਸਰ ਦੇਵੇਗਾ। ਨੰਬਰ ਮੰਗਣੇ ਨਹੀਂ ਪੈਣੇ, ਨੰਬਰ ਆਪਣੇ ਆਪ ਮਿਲ ਜਾਣੇ ਨੇ। ਜੋ ਲਿਖੇ ਕੁਝ ਨਾ ਕਵੇ, ਟੀਚਰ ਜੀ ਕਿਰਪਾ ਕਰ ਦਿਓ, ਪਾਸ ਕਰ ਦਿਓ। ਕਹਿੰਦਾ ਪਾਸ ਮੈਂ ਨਹੀਂ ਕਰਨਾ ਕਾਕਾ, ਤੈਨੂੰ ਮਿਹਨਤ ਕਰਕੇ ਪਾਸ ਖੁਦ ਪਰਸੈਂਟੇਜ ਲੈ ਕੇ, ਵੀ ਤੂੰ ਕਿੰਨੇ % ਨੰਬਰ ਲੈ ਕੇ ਪਾਸ ਹੋਣਾ, ਇਹ ਤੈਨੂੰ ਖੁਦ ਮਿਹਨਤ ਕਰਨੀ ਪੈਣੀ ਹੈ। ਜੇਤੀ ਸ੍ਰਿਸ਼ਟ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲੇ ਲਈ। ਮੱਤ ਵਿੱਚ ਰਤਨ ਜਵਾਹਰ ਮਾਣਕ, ਅੰਦਰੋਂ ਅਮੀਰ ਹੋ ਬੰਦਿਆ, ਆਪਣੇ ਮੱਤ ਵਿੱਚ ਹੀਰੇ ਜਵਾਹਰਾਤ ਮਾਣਕ ਮੋਤੀ ਪੈਦਾ ਕਰ। ਇਹ ਕਿੱਥੋਂ ਹੋਣੇ ਨੇ? ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਇੱਕ ਵੀ ਸਿੱਖਿਆ ਉੱਤੇ ਅਮਲ ਕਰ ਲਈਏ, ਤੇ ਅੰਦਰੋਂ ਬੰਦਾ ਅਮੀਰ ਹੋ ਜਾਏਗਾ। ਜੇ ਇੱਕ ਗੁਰ ਕੀ ਸਿੱਖ ਸੁਣੀ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਜਿਹੜਾ ਸਾਰਿਆਂ ਜੀਆਂ ਦਾ ਦਾਤਾ ਹੈ, ਉਹ ਮੈਨੂੰ ਭੁੱਲ ਨਾ ਜਾਏ। ਇਹ ਮੇਰੀ ਤੁਹਾਡੇ ਚਰਨਾਂ 'ਚ ਅਰਦਾਸ ਆ ਮੇਰੇ ਮਾਲਕ ਜੀ। ਯਾਦ ਰੱਖਣਾ, ਕਿੰਨੀਆਂ ਪਿਆਰੀਆਂ ਗੱਲਾਂ। ਇਹ ਉਹ ਜਪ ਬਾਣੀ ਹੈ ਜਿਹੜੀ ਸਿੱਖ ਹੋਣ ਦੇ ਨਾਤੇ ਅਸੀਂ ਆਪਣੇ ਘਰਾਂ ਵਿੱਚ ਰੋਜ਼ਾਨਾ ਪੜ੍ਹਦੇ ਹਾਂ। ਆਓ ਇਸ ਮਹਾਨ ਸਾਗਰ ਦੇ ਵਿੱਚ ਚੁੱਭੀ ਮਾਰ ਕੇ ਇਹਦੇ ਵਿੱਚੋਂ ਮੋਤੀ ਕੱਢੋ ਅਤੇ ਆਪਣੀ ਜ਼ਿੰਦਗੀ ਨੂੰ ਅਮੀਰ ਕਰਨ ਦਾ ਯਤਨ ਕਰੀਏ, ਤਾਂ ਕਿ ਜ਼ਿੰਦਗੀ ਸਾਡੀ ਖੂਬਸੂਰਤ ਬਣ ਸਕੇ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜੇ ਹੀਰੇ ਜਵਾਹਰਾਤ, ਯਾਦ ਰੱਖਣਾ, ਲਾਲ ਜਿਹੜਾ ਨਾ, ਜੇ ਕਿਸੇ ਆਮ ਬੰਦੇ ਦੇ ਹੱਥ ਚਲ ਜਾਏ ਉਹਨੂੰ ਕਦਰ ਨਹੀਂ ਹੁੰਦੀ। ਉਹ ਜਿਵੇਂ ਉਹ ਕਹਾਣੀ ਨਹੀਂ ਆਉਂਦੀ ਵੀ ਇੱਕ ਪੱਥਰ ਲੱਭਾ ਇੱਕ ਸਮੁੰਦਰ ਦੇ ਕੰਢੇ ਤੋਂ, ਹੈਗਾ ਉਹ ਹੀਰਾ ਸੀ ਬੜਾ ਵਧੀਆ, ਲਿਆ ਕੇ ਤੇ ਉਹਨੇ ਘੁਮਿਆਰ ਨੇ ਲਿਆ ਕੇ ਤੇ ਆਪਣੇ ਉਹਦੇ 'ਚ ਛੇਕ ਕਰਕੇ ਤੇ ਗਧੇ ਦੇ ਗਲ 'ਚ ਬੰਨ੍ਹਤਾ ਵੀ ਜਦੋਂ ਮੈਂ ਕਿਤੇ ਹਨੇਰੇ ਸਵੇਰੇ ਜਾਇਆ ਕਰੂੰਗਾ, ਮੇਰੀ ਰੌਸ਼ਨੀ ਦਾ ਕੰਮ ਦੇਵੇਗਾ ਮੈਨੂੰ। ਕਿਤੇ ਇੱਕ ਜੌਹਰੀ ਦੀ ਨਿਗਾਹ ਪੈ ਗਈ, ਜੌਹਰੀ ਦੀ ਨਿਗਾਹ ਪੈ ਗਈ। ਉਹ ਘੁਮਿਆਰ ਨੂੰ ਆਣ ਕੇ ਆਂਦਾ, ਭਾਈ ਆਹ ਪੱਥਰ ਵੇਚਣੇ। ਹੁਣ ਉਹਨੂੰ ਜੌਹਰੀ ਨੂੰ ਤਾਂ ਪਤਾ ਸੀ ਵੀ ਇਹ ਪੱਥਰ ਨਹੀਂ, ਇਹ ਲਾਲ ਹੈ। ਕਹਿੰਦਾ ਜੀ ਇਹ ਪੱਥਰ ਵੇਚਣਾ ਹੀ। ਉਹ ਬੜਾ ਖੁਸ਼ ਹੋਇਆ, ਕਹਿੰਦਾ ਜੀ ਇਹਦਾ ਮਤਲਬ ਇਹ ਪੱਥਰ ਵਿਕਦਾ। ਕਹਿੰਦਾ ਕਿੰਨੇ ਪੈਸੇ ਲੈਣੇ ਨੇ? ਉਹ ਕਹਿੰਦਾ ਮੈਂ ਤਾਂ 10 ਰੁਪਏ ਲੈਣੇ ਨੇ ਜੀ। ਜੌਹਰੀ ਆਂਦਾ ਮੈਂ ਤਾਂ 5 ਦੇਣੇ ਆ ਜੀ।
ਹੁਣ ਉਹਦੀ ਬਹਿਸ ਹੋ ਰਹੀ ਆਪਸ ਵਿੱਚ। ਹੁਣ ਜੌਹਰੀ ਨੂੰ ਪਤਾ ਸੀ ਇਹ ਪੰਜਾਂ ਦਾ ਥੋੜ੍ਹਾ ਹੈ ਅਤੇ 10 ਦਾ ਥੋੜ੍ਹਾ ਹੈ ਅਤੇ ਬਹੁਤ ਮਹਿੰਗਾ ਹੈ, ਪਰ ਘੁਮਿਆਰ 10 ਮੰਗ ਰਿਹਾ, ਉਹ 5 ਮੰਗ ਰਿਹਾ, ਉਹ 5 ਦੇ ਰਿਹਾ। ਉਹਨੇ ਦੇਰ ਨੂੰ ਇੱਕ ਜੌਹਰੀ ਹੋਰ ਆ ਗਿਆ, ਉਹ ਕਹਿੰਦਾ ਕਾਹਦੀ ਤੁਹਾਡੀ ਬਹਿਸ ਕਾਹਦੀ ਚੱਲ ਰਹੀ ਜੀ? ਕਹਿੰਦਾ ਜੀ ਆਹ ਇੱਕ ਪੱਥਰ ਹੈ, ਇਹ ਖਰੀਦ ਰਿਹਾ, ਮੈਂ ਵੇਚ ਰਿਹਾ, ਇਹ 5 ਦਿੰਦਾ, ਮੈਂ 10 ਮੰਗਦਾ। ਕਹਿੰਦਾ ਆ ਚੱਕ 10 ਮੇਰੇ ਕੋਲੋਂ, ਮੈਨੂੰ ਦੇ। ਉਹ ਲੈ ਕੇ ਤਾਂ ਤੁਰ ਪਿਆ। ਹੁਣ ਉਹ ਵੀ ਜੌਹਰੀ ਸੀ ਜਿਹੜਾ ਦੂਜਾ ਬਾਅਦ ਵਿੱਚ ਆਇਆ ਸੀ। ਜਿਹੜਾ ਪਹਿਲਾ ਜੌਹਰੀ ਸੀ ਨਾ, ਉਹ ਘੁਮਿਆਰ ਨੂੰ ਆਂਦਾ ਤੂੰ ਲੁੱਟਿਆ ਗਿਆ, ਤੂੰ ਤਬਾਹ ਹੋ ਗਿਆ, ਤੇਰਾ ਨੁਕਸਾਨ ਹੋ ਗਿਆ। ਕਹਿੰਦਾ ਉਹ ਕਿਵੇਂ? ਕਹਿੰਦਾ ਜਿਹੜਾ ਤੂੰ ਵੇਚਿਆ ਨਾ, ਅਸਲ ਦੇ ਵਿੱਚ ਇਹ ਪੱਥਰ ਨਹੀਂ ਸੀ, ਇਹ ਲਾਲ ਸੀ, ਤੇ ਤੂੰ ਆ 10 ਦਾ ਹੀ ਵੇਚਤਾ, ਤੂੰ ਤੇ ਲੁੱਟਿਆ ਗਿਆ। ਤੂੰ ਹੱਸ ਕੇ ਅੱਗੇ ਹੁੰਦਾ ਲੁੱਟਿਆ ਮੈਂ ਥੋੜ੍ਹਾ ਗਿਆ, ਲੁੱਟਿਆ ਤੇ ਤੂੰ ਗਿਆ। ਫਿਰ ਕਹਿੰਦਾ ਉਹ ਕਿਵੇਂ? ਕਹਿੰਦਾ ਮੈਂ ਤੇ ਘੁਮਿਆਰ ਆ, ਮੈਨੂੰ ਤੇ ਪਤਾ ਹੀ ਨਹੀਂ ਸੀ, ਮੈਂ ਤੇ ਪੱਥਰ ਵੇਚਤਾ 10 ਦਾ। ਤੂੰ ਤੇ ਜੌਹਰੀ ਸੀ, ਤੈਨੂੰ ਤੇ ਪਤਾ ਸੀ, ਤੂੰ ਤੇ ਪਾਰਖੂ ਸੀ, ਤੂੰ ਤੇ ਮੈਨੂੰ 10 ਦੀ ਜਗ੍ਹਾ 100 200 ਦੇ ਕੇ ਵੀ ਖਰੀਦ ਸਕਦਾ ਸੀ, ਪਰ ਤੂੰ ਬਹਿਸ ਕਰੀ ਗਿਆ ਮੇਰੇ ਨਾਲ। ਤੂੰ ਮੇਰੇ ਨਾਲ 10 5 ਦੀ ਬਹਿਸ ਕਰਕੇ ਲੁੱਟਿਆ ਤੇ ਤੂੰ ਗਿਆ। ਮੈਂ ਤਾਂ ਬੇਸਮਝ ਬੰਦੇ ਨੇ, ਅਗਿਆਨੀ ਬੰਦੇ ਨੇ। ਆ ਜਿਹੜਾ ਲਾਲ ਜਿਹਨੂੰ ਕਹਿੰਦਾ, ਮੈਂ ਤੇ ਉਸ ਲਾਲ ਨੂੰ ਪੱਥਰ, ਮੇਰੇ ਵਾਸਤੇ ਪੱਥਰ ਵਿਕਿਆ, ਮੇਰੇ ਵਾਸਤੇ ਲਾਲ ਨਹੀਂ, ਲਾਲ ਤੇਰੇ ਵਾਸਤੇ। ਹੁਣ ਤੇਰੇ ਸਾਹਮਣੇ ਲਾਲ ਵਿਕ ਰਿਹਾ ਸੀ, ਮੇਰੇ ਸਾਹਮਣੇ ਪੱਥਰ ਵਿਕ ਰਿਹਾ ਸੀ। ਜਦੋਂ ਮੈਂ ਵੇਚ ਰਿਹਾ ਸੀ ਤੇਰੇ ਹਿਸਾਬ ਨਾਲ ਉਹ ਲਾਲ ਵਿਕ ਰਿਹਾ ਸੀ, ਮੇਰੇ ਹਿਸਾਬ ਨਾਲ ਪੱਥਰ ਵਿਕ ਰਿਹਾ ਸੀ। ਤੇ ਜੇ ਤੂੰ ਚੰਗਾ ਹੁੰਦਾ ਉਦੋਂ ਕਹਿੰਦਾ ਆ 50 ਚੱਕ ਤੂੰ ਮੇਰੇ ਕੋਲੋਂ, ਤੈਨੂੰ ਪਤਾ ਸੀ ਨਾ ਮਹਿੰਗਾ ਸੀ। ਸੇਮ ਇੱਦਾਂ ਹੀ ਹੈ ਇਹ ਜਿਹੜੀ ਗੁਰਬਾਣੀ ਹੈ, ਹੀਰੇ ਜਵਾਹਰਾਤ ਮਾਲਕ ਮੋਤੀ ਸਾਡੇ ਅੰਦਰ ਪੈਦਾ ਕਰਦੀ ਹੈ। ਪਰ ਸਾਡੀ ਹਾਲਤ ਭਾਈ ਗੁਰਦਾਸ ਨੇ ਬਿਆਨ ਕੀਤੀ ਵੀ ਰਤਨ ਮਣੀ ਗਲ ਬਾਂਦਰ ਹੈ ਕਿ ਕੀਮ ਨਾ ਜਾਣੈ। ਰਤਨਾਂ ਦੀ ਮਣੀ ਤੁਸੀਂ ਬਾਂਦਰ ਦੇ ਗਲ ਬੰਨ੍ਹ ਦਿਓ, ਉਹ ਖੇਡ ਹੀ ਸਕਦਾ, ਉਹਨੂੰ ਉਹਦੀ ਕਦਰ ਥੋੜ੍ਹਾ। ਅਤੇ ਮਾਫ਼ ਕਰਨਾ, ਅੱਜ ਇਹੋ ਕੰਮ ਅਸੀਂ ਆਪਣੇ ਸਤਿਗੁਰ ਦੀ ਬਾਣੀ ਨਾਲ ਕਰ ਰਹੇ ਹਾਂ। ਇਸ ਗੁਰਬਾਣੀ ਨੇ ਸਾਨੂੰ ਅੰਦਰੋਂ ਅਮੀਰ ਕਰਨਾ ਸੀ, ਅੰਦਰੋਂ ਸਾਨੂੰ ਉਹ ਸਰਮਾਇਆ ਦੇਣਾ ਸੀ ਜਿਹਦੇ ਨਾਲ ਅਸੀਂ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੂ ਸਕਦੇ। ਆਓ ਭੇਖ ਚੋਂ, ਪਖੰਡ ਚੋਂ, ਕਰਮ ਕਾਂਡਾਂ ਚੋਂ ਬਾਹਰ ਨਿਕਲ ਕੇ ਸੋਹਣੀ ਜੀਵਨ ਜੁਗਤ ਆਪਣੇ ਸਤਿਗੁਰ ਦੇ ਕੋਲੋਂ ਸਿੱਖਣ ਦਾ ਯਤਨ ਕਰੀਏ। ਗੁਰੂ ਦੀ ਉਸ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਜਿਹੜੇ ਕਰਮ ਕਾਂਡਾਂ, ਮੈਂ ਫਿਰ ਦੁਬਾਰਾ ਬੇਨਤੀ ਕਰਾਂ, ਜਿਹੜੇ ਕਰਮ ਕਾਂਡ ਕਦੀ ਬੋਦੀ ਧੋਤੀ ਵਾਲਾ ਸਾਡੇ ਕੋਲੋਂ ਕਰਵਾ ਰਿਹਾ ਸੀ, ਅੱਜ ਉਹ ਕਰਮ ਕਾਂਡ ਸਾਡੇ ਕੋਲੋਂ ਸਿੱਖੀ ਪਹਿਰਾਵੇ ਵਾਲੇ ਕਰਵਾ ਰਹੇ ਨੇ। ਭਾਵੇਂ ਉਹ ਸਿਰਾਂ 'ਤੇ ਦਮਾਲੇ ਬੱਧੇ ਹੋਣ, ਭਾਵੇਂ ਸਿਰਾਂ 'ਤੇ ਪੱਗਾਂ ਬੱਧੀਆਂ ਹੋਣ, ਭਾਵੇਂ ਗਲਾਂ ਵਿੱਚ ਕਿਰਪਾਨਾਂ ਕਛਹਿਰੇ ਪਾਏ ਹੋਣ, ਕਰਮ ਕਾਂਡ ਕਰਵਾਏ ਜਾ ਰਹੇ ਨੇ। ਕੱਲੀ ਪਹਿਰਾਵੇ ਦੀ ਗੱਲ ਨਹੀਂ, ਪਹਿਰਾਵਾ ਪਾਓ, ਪਹਿਰਾਵੇ ਤੋਂ ਕੋਈ ਮਨਾ ਨਹੀਂ ਕਰਦਾ, ਪਰ ਜ਼ਿੰਦਗੀ ਜਿਊਣ ਦੀ ਜਿਹੜੀ ਜੁਗਤ ਸਾਨੂੰ ਸਤਿਗੁਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ, ਸੁਰਤ ਨੂੰ ਸਿੱਖ ਬਣਾਓਗੇ ਫਿਰ ਤਨ 'ਤੇ ਪਹਿਰਾਵਾ ਪਾਇਆ ਵੀ ਚੰਗਾ ਲੱਗੇਗਾ। ਜੇ ਸੁਰਤ ਹੀ ਸਿੱਖ ਨਾ ਬਣੀ ਤੇ ਤਨ 'ਤੇ ਪਾਇਆ ਪਹਿਰਾਵਾ ਵੀ ਕਈ ਵਾਰੀ ਭੇਖ ਬਣ ਜਾਂਦਾ ਹੈ। ਗੁਰੂ ਸਾਹਿਬ ਨੇ ਜ਼ਿੰਦਗੀ ਜਿਉਣ ਦਾ ਜੋ ਤਰੀਕਾ ਬਖਸ਼ਿਸ਼ ਕੀਤਾ, ਜਿਹੜੇ ਕਰਮ ਕਾਂਡ ਕਦੀ ਵਿਪਰ ਲੋਕਾਂ ਕੋਲੋਂ ਕਰਵਾਉਂਦਾ ਸੀ, ਅੱਜ ਗੁਰਦੁਆਰਿਆਂ ਵਿੱਚ, ਅੱਜ ਉਹ ਕਰਮ ਕਾਂਡ ਸਮਾਜ ਵਿੱਚ ਲੋਕਾਂ ਕੋਲੋਂ ਕਰਵਾਏ ਜਾ ਰਹੇ ਨੇ। ਆਓ ਭਾਈ ਜਾਗੀਏ, ਕਿਉਂਕਿ ਕਸੂਰ ਉਹਨਾਂ ਨਾਲੋਂ ਵੱਧ ਸਾਡਾ ਆਪਣਾ ਹੈ। ਕਿਉਂਕਿ ਅਸੀਂ ਆਪ ਮੁਹਤਾਜ ਹੋ ਗਏ ਵੀ ਸਾਡੇ ਘਰ ਪਾਠ ਕੋਈ ਕਰੇ, ਸਾਡੇ ਘਰ ਅਰਦਾਸ ਕੋਈ ਕਰੇ। ਬਾਬਾ ਜੀ ਆਓ ਸਾਡੇ ਘਰ ਚਰਨ ਪਾ ਜਾਓ ਨਾ। ਬਸ ਆਹ ਸ਼ਬਦਾਂ ਨੇ ਸਾਨੂੰ ਇਹੋ ਜਿਹਾ ਗੁੰਮਰਾਹ ਕੀਤਾ ਕਿ ਅਸੀਂ ਗੁਰੂ ਦੀ ਵਿਚਾਰ ਛੱਡ ਕੇ ਦਰ ਦਰ 'ਤੇ ਡਿੱਗਣ ਲਈ ਮਜਬੂਰ ਹੋ ਗਏ। ਫਿਰ ਗੱਲ ਨੂੰ ਸਮਝਿਓ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰਥ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਲਈ, ਮੱਤ ਵਿੱਚ ਰਤਨ ਜਵਾਹਰ ਮਾਣਕ। ਆਪਣੀ ਮੱਤ ਵਿੱਚ ਹੀ ਹੀਰੇ ਜਵਾਹਰਾਤ ਮਾਣਕ ਜਿਹੜੇ ਉਹ ਪੈਦਾ ਹੋ ਜਾਣਗੇ, ਖਿਆਲਾਂ ਦੇ, ਉਪਦੇਸ਼ ਦੇ, ਸਿੱਖਿਆ ਦੇ। ਇਹ ਜਦੋਂ ਗੁਣ, ਇਹ ਸਾਰੇ ਹੀਰੇ ਜਵਾਹਰਾਤ ਕਿਹੜੇ ਨੇ? ਗੁਣ। ਇਹ ਗੁਣ ਜਿਹੜੇ ਨੇ, ਇਹਦੇ ਨਾਲ ਮਨੁੱਖ ਅਮੀਰ ਹੁੰਦਾ ਹੈ, ਇਹਦੇ ਨਾਲ ਮਨੁੱਖ ਖੂਬਸੂਰਤ ਬਣਦਾ ਹੈ, ਅੰਦਰੋਂ ਬਾਹਰੋਂ ਇੱਕ ਹੋ ਜਾਂਦਾ, ਫਿਰ ਜਿਉਂ ਨਿਰਮਲ ਬਾਹਰੋਂ ਨਿਰਮਲ ਵਾਲੀ ਗੱਲ ਬਣ ਜਾਂਦੀ ਹੈ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਲਈ, ਮੱਤ ਵਿੱਚ ਰਤਨ ਜਵਾਹਰ ਮਾਣਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਕ ਬੇਨਤੀ ਅਖੀਰ ਵਿੱਚ ਜ਼ਰੂਰ ਕਰਾਂਗਾ। ਆਮ ਸਾਡੇ ਸੰਪਰਦਾਇ ਡੇਰੇਦਾਰ ਜਿਹੜੇ ਹੈਗੇ ਨੇ, ਉਹ ਇਹ ਕਹਿੰਦੇ ਨੇ ਗੁਰਬਾਣੀ 'ਚ ਕਿੱਥੇ ਵਿਆਕਰਨ ਹੈਗਾ ਜੀ, ਇਹ ਸਿਹਾਰੀਆਂ ਬਿਹਾਰੀਆਂ ਔਂਕੜ। ਆਮ ਉਹ ਇਹ ਸ਼ਬਦ ਆਪਣੇ ਸਟੂਡੈਂਟ, ਆਪਣੇ ਵਿਦਿਆਰਥੀਆਂ ਨੂੰ ਦੱਸਦੇ ਨੇ। ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਆ ਜਿਹੜੀ ਪੌੜੀ ਆਪਾਂ ਅੱਜ ਪੜ੍ਹੀ ਹੈ ਤੇ ਕੱਲ੍ਹ, ਇਹਨਾਂ ਦੋਵਾਂ ਪੌੜੀਆਂ 'ਚ ਮੈਂ ਇੱਕ ਸ਼ਬਦ ਤੁਹਾਡੇ ਸਾਹਮਣੇ ਰੱਖਣ ਲੱਗਾ, ਗੁਰਾ ਇੱਕ ਦੇ ਬਜਾਈ। ਹੁਣ ਇੱਥੇ ਤੁਸੀਂ ਆਪਣੇ ਘਰਾਂ 'ਚ ਗੁਟਕੇ ਵੀ ਪਏ ਹੋਣੇ, ਪੋਥੀਆਂ ਚੈੱਕ ਕਰ ਲਿਓ, ਉੱਥੇ ਇੱਕ ਦੇ ਕੱਕੇ ਨੂੰ ਕੋਈ ਮਾਤਰਾ ਨਹੀਂ ਲੱਗੀ। ਇਹ ਇੱਕ ਸ਼ਬਦ ਜਿਹੜਾ ਇਸ ਤੋਂ ਬਾਅਦ ਅੱਗੇ ਇਸੇ ਪੌੜੀ ਵਿੱਚ ਜਦੋਂ ਅੱਗੇ ਜਾ ਕੇ ਪੜ੍ਹਦੇ ਹਾਂ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਉੱਥੇ ਇੱਕ ਦੇ ਕੱਕੇ ਨੂੰ ਔਂਕੜ ਲੱਗਾ ਹੋਇਆ ਹੈ। ਕਿ ਇੱਕ ਜਗ੍ਹਾ ਮਹਾਰਾਜ
ਔਂਕੜ ਲਿਖਣਾ ਭੁੱਲ ਗਏ ਤੇ ਇੱਕ ਜਗ੍ਹਾ ਔਂਕੜ ਵਾਧੂ ਲਿਖ ਦਿੱਤਾ। ਨਹੀਂ, ਸ਼ਬਦ ਦੋਵੇਂ ਇੱਕ ਹੀ ਨੇ, ਪਰ ਦੋਵੇਂ ਇੱਕ ਵਿੱਚ ਅਰਥਾਂ ਵਿੱਚ ਫਰਕ ਹੈ। ਜਿਹੜਾ ਪਹਿਲਾ ਇੱਕ ਹੈ ਉਹ ਇਸਤਰੀ ਲਿੰਗ ਸ਼ਬਦ ਹੈ ਕਿ ਗੁਰਾ ਇੱਕ ਦੇ ਬੁਝਾਈ, ਮੈਨੂੰ ਇੱਕ ਗੱਲ ਬੁਝਾ ਦਿਓ, ਮੈਨੂੰ ਇੱਕ ਗੱਲ ਸਮਝਾ ਦਿਓ। ਅਗਲਾ ਜਿਹੜਾ ਇੱਕ ਹੈ ਉੱਥੇ ਔਂਕੜ ਇਸ ਕਰਕੇ ਲਾਇਆ, ਉਹ ਇੱਕ ਵਚਨ ਪੁਲਿੰਗ ਹੈ ਕਿ ਦਾਤਾ ਇੱਕੋ ਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਉਹ ਔਂਕੜ ਤਾਂ ਲਾਇਆ। ਹੁਣ ਜੇ ਦੋਵੇਂ ਇੱਥੇ ਔਂਕੜ ਨਾ ਲਾਉਂਦੇ ਗੱਲ ਕਿੱਦਾਂ ਸਮਝ ਆਉਂਦੀ? ਇਹ ਵਿਆਕਰਨ ਨੁਕਤੇ ਨੇ। ਬਹੁਤ ਵਧੀਆ ਕੰਮ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਵਿਸ਼ੇ 'ਤੇ ਕੀਤਾ ਹੈ। ਪਰ ਗੱਲ ਫਿਰ ਇਹ ਵੀ ਸਾਡੇ ਕੋਲ ਸਾਰਾ ਕੁਝ ਪਿਆ ਸੀ, ਆਪ ਪੜ੍ਹਨਾ ਵਿਚਾਰਨਾ ਨਹੀਂ ਚਾਹੁੰਦੇ। ਅੱਗੇ ਵੀ ਆਪਾਂ ਇੱਦਾਂ ਸਮਝਦੇ ਜਾਵਾਂਗੇ। ਗੁਰਬਾਣੀ 'ਚ ਗੁਰੂ ਸਾਹਿਬ ਨੇ ਇੱਦਾਂ ਜਿਹੜੀਆਂ ਸਿਹਾਰੀਆਂ ਬਿਹਾਰੀਆਂ ਔਂਕੜ ਦਲਾਵਾਂ ਨੇ, ਇਹਨਾਂ ਦੇ ਕੁਝ ਮੀਨਿੰਗ ਨੇ ਭਾਗਾਂ ਵਾਲਿਓ। ਕਈ ਵਾਰੀ ਔਂਕੜ ਬੋਲਣ 'ਚ ਨਹੀਂ ਆਉਂਦਾ, ਕਈ ਵਾਰੀ ਸਿਹਾਰੀ ਬੋਲਣ 'ਚ ਨਹੀਂ ਆਉਂਦੀ, ਪਰ ਉਹਦੇ ਅਰਥ ਨੇ ਕੁਝ ਸਿਹਾਰੀ ਦੇ, ਉਹਦੇ ਔਂਕੜ ਦੇ ਕੁਝ ਮੀਨਿੰਗ ਨੇ। ਪਰ ਬਦਕਿਸਮਤੀ ਹੈ ਕਿ ਏਡਾ ਵੱਡਾ ਖਜ਼ਾਨਾ ਸਾਡੇ ਕੋਲ ਆਇਆ, ਪਰ ਅਸੀਂ ਆਪ ਪੜ੍ਹਿਆ ਅਤੇ ਵਿਚਾਰਿਆ ਨਹੀਂ। ਆਓ ਗੁਰਬਾਣੀ ਦੇ ਇਹਨਾਂ ਨੁਕਤਿਆਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦਾ ਯਤਨ ਕਰੀਏ। ਦਰ ਦਰ 'ਤੇ ਧੱਕੇ ਨਾ ਖਾਈਏ, ਆਪ ਬਾਣੀ ਪੜ੍ਹੋ, ਆਪ ਸਮਝੀਏ ਅਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ। ਸਾਰੀਆਂ ਸੰਗਤਾਂ ਦਾ ਧੰਨਵਾਦ। ਇੱਦਾਂ ਹੀ ਰਲ ਮਿਲ ਕੇ ਆਪਾਂ ਬਾਣੀ ਦੀ ਵਿਚਾਰ ਕਰਦੇ ਜਾਣਾ। ਅੱਜ ਆਪਾਂ 6 ਨੰਬਰ ਪੌੜੀ ਦੀ ਵਿਚਾਰ ਜਿਹੜੀ ਸਾਂਝੀ ਕੀਤੀ ਹੈ। ਆਓ ਅਗਲੀ ਪੌੜੀ ਲੈ ਕੇ ਫਿਰ ਤੁਹਾਡੇ ਸਾਹਮਣੇ ਇੱਦਾਂ ਹੀ ਅਸੀਂ ਆਵਾਂਗੇ। ਕੋਸ਼ਿਸ਼ ਕਰੋ ਆਪ ਬਾਣੀ ਪੜ੍ਹੋ, ਆਪ ਸਮਝੋ ਅਤੇ ਵਿਚਾਰੋ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।